ਤੁਸੀਂ ਪੁਰਾਣੀਆਂ ਗੱਲਾਂ ਛੱਡੋ, ਤੁਸੀਂ ਅੱਗੇ ਵਧੋ ਹੁਣ। ਹਾਂ ਫੋਰਨ ਮੈਟਰ ਆ ਗਿਆ ਤਾਂ ਕੋਈ ਨਾ ਕੋਈ ਟਰਬਲ ਆਊਗੀ। ਹੁਣ ਉਹ ਟਰਬਲ ਕਿਤੇ ਵੀ ਆ ਸਕਦੇ ਆ। ਲਾਈਫ ਸਟਾਈਲ ਦੇ ਵਿੱਚ ਅਸੀਂ 5 ਤੱਤਾਂ ਤੋਂ ਬਾਹਰ ਹੋ ਚੁੱਕੇ ਹਾਂ। ਅਸੀਂ ਪੋਲਿਊਸ਼ਨ ਦੇ ਵਿੱਚ ਆ ਚੁੱਕੇ ਹਾਂ। ਪਹਿਲਾਂ ਉਹ ਇੱਕ ਨਾਰਮਲ ਬਿਮਾਰੀ ਹੁੰਦੀ ਹੈ, ਉਹਨੂੰ ਸਪਰੈਸ ਕਰਦੇ ਕਰਦੇ ਉਹ ਕ੍ਰੋਨਿਕ ਬਣੀ ਹੋਣੀ ਹੈ ਨਾ। ਆਦ ਆਪਣੇ ਪਿੰਡ ਕਹਿੰਦੇ ਨੇ ਡਾਕਟਰ ਨੂੰ, ਉਹ ਡਾਕਟਰ ਨੂੰ ਕਹਿੰਦੇ ਨੇ ਕਿ ਸਾਨੂੰ ਦਵਾਈ ਨਹੀਂ ਦੇਣੀ, ਤੂੰ ਗੋਲੀ ਨਹੀਂ ਦੇਣੀ, ਟੀਕਾ ਲਾ। ਅੱਛਾ, ਜਿਵੇਂ ਕਿ ਫਾਸਟ ਫੂਡ ਹੋ ਗਿਆ ਵਰਸਸ ਘਰ ਦੀ ਬਣਾਈ ਹੋਈ ਰੋਟੀ, ਹੈ ਨਾ, ਫੂਡ। ਕਾਰਪੋਰੇਟ ਕਲਚਰ ਦੇ ਰਿਟਾਇਰ ਲੋਕਾਂ ਦੀ ਨਾ ਸਰਕਾਰੀ ਰਿਟਾਇਰਾਂ ਨਾਲੋਂ ਮਤਲਬ 20 ਸਾਲ ਉਹਨਾਂ ਦੀ ਸ਼ੈਲਫ ਲਾਈਫ ਘੱਟ ਗਈ। 40 ਸਾਲ ਤੋਂ ਉੱਤੇ ਕਿਸੇ ਨੂੰ ਹੱਡੀਆਂ ਦੀ ਪ੍ਰੋਬਲਮ ਆਉਣੀ ਸਟਾਰਟ ਹੋ ਗਈ ਹੈ, ਜਾਂ ਕਿਸੇ ਨੂੰ ਡਾਇਬਟੀਜ਼ ਸਟਾਰਟ ਹੋ ਗਿਆ ਨੇ, ਜਾ ਕੇ ਬਿਨਾਂ ਰੀਜ਼ਨ ਤੋਂ ਜਾ ਕੇ ਨੈਚੁਰੋਪੈਥ ਕੋਲ ਜਾ ਸਕਦੇ ਹੋ ਵੀ ਮੈਨੂੰ ਕੋਈ ਬਿਮਾਰੀ ਨਹੀਂ ਹੈਗੀ, ਮੈਂ ਤਾਂ ਵੈਸੇ ਆਇਆ ਤੁਹਾਡੇ ਕੋਲ। ਇੱਦਾਂ ਸਾਈਮਲਟੇਨੀਅਸ ਟਰੀਟਮੈਂਟ ਆਫ ਬੋਡੀ, ਮਾਈਂਡ ਐਂਡ ਸੋਲ। ਕਹਿ ਸਕਦੇ ਜਿਵੇਂ ਤੁਸੀਂ ਐਲੋਪੈਥਿਕ ਡਾਕਟਰ ਨੂੰ ਟ੍ਰੀਟ ਕਰ ਰਹੇ ਹੋ, ਤੁਸੀਂ ਨੈਚੁਰੋਪੈਥਿਕ ਡਾਕਟਰ ਨੂੰ ਉਵੇਂ ਟ੍ਰੀਟ ਨਹੀਂ ਕਰ ਸਕਦੇ। ਮਾਈਂਡਸੈਟ ਬਣਾ ਕੇ ਜਾਣਾ ਪੈਂਦਾ, ਮਤਲਬ ਇੱਕ ਮਾਈਂਡਸੈਟ 'ਚ ਤੁਹਾਨੂੰ ਆਉਣਾ ਪੈਂਦਾ, ਫਿਰ ਜਾ ਕੇ ਤੁਸੀਂ ਜੇ ਇਹ ਸਾਇੰਸ ਨੂੰ ਅਪਣਾਉਂਦੇ ਹੋ ਫਿਰ ਤੁਹਾਡੇ ਲਈ ਫਾਇਦੇਮੰਦ ਹੋਏਗੀ। ਤੇ ਫਿਰ ਮੈਨੂੰ ਲੱਗਦਾ ਜੇ ਤੁਸੀਂ ਪ੍ਰਿੰਸੀਪਲ ਨੂੰ ਸਮਝ ਲੈਂਦੇ ਹੋ, ਤੁਹਾਨੂੰ ਕੋਈ ਜ਼ਿਆਦਾ ਡਾਕਟਰਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ। ਰਾਈਟ। ਹਾਂ ਵੀ ਮੋਹਨ ਜੀ, ਠੀਕ ਠਾਕ, ਵਧੀਆ ਵਧੀਆ ਹੀ ਵਧੀਆ। ਤੇ ਆਪਾਂ ਹੁਣ ਅੱਜ ਪਾਰਟ 2 ਕੰਟੀਨਿਊ ਕਰਨਾ ਹੈ। ਆਪਾਂ ਹਜੇ ਕੱਲ੍ਹ ਰਿਕਾਰਡ ਕਰਕੇ ਹਟੇ ਹਾਂ ਪਾਰਟ 1। ਤੇ ਮੈਂ ਰਾਤ ਨੂੰ ਵੀ ਥੋੜ੍ਹੀ ਦੇਰ ਨਾ ਸੋਚਦੀ ਰਹੀ ਉਹਦੇ ਬਾਰੇ, ਜਿਹੜੀ ਆਪਣੀ ਗੱਲਬਾਤ ਹੋਈ ਹੈ। ਤੇ ਕਾਫੀ ਗੱਲਾਂ ਨਵੀਆਂ ਪਤਾ ਲੱਗੀਆਂ ਤੇ ਕਾਫੀ ਸੋਚ ਵਿਚਾਰ ਚੱਲ ਰਿਹਾ ਮੇਰੇ ਦਿਮਾਗ ਦੇ ਅੰਦਰ ਵੀ ਕਿ ਕਿਹੜੀਆਂ ਗੱਲਾਂ ਆਪਾਂ ਨੂੰ ਮੈਨੂੰ ਥੋੜ੍ਹੀਆਂ ਦਿਮਾਗ 'ਚ ਰੱਖਣੀਆਂ ਚਾਹੀਦੀਆਂ ਨੇ, ਹੈ ਨਾ, ਤੇ ਲੌਂਗ ਟਰਮ ਆਪਣੀ ਲਾਈਫ 'ਚ ਕੀ ਚੇਂਜਸ ਲੈ ਕੇ ਆਉਣੇ ਚਾਹੀਦੇ ਨੇ। ਤੇ ਉਹਦੇ ਹੀ ਅੱਗੇ ਕੰਟੀਨਿਊਏਸ਼ਨ 'ਚ ਆਪਾਂ ਕੱਲ੍ਹ ਫਸਟ 5 ਪ੍ਰਿੰਸੀਪਲ ਆਪਾਂ ਡਿਸਕਸ ਕੀਤੇ ਸੀਗੇ, ਤੇ ਅੱਜ ਆਪਾਂ ਹੁਣ ਉਹ ਤੋਂ ਅੱਗੇ ਫਾਰਵਰਡ ਡਿਸਕਸ ਕਰਨੇ ਸਟਾਰਟ ਕਰਦੇ ਹਾਂ। ਤੇ 6ਵਾਂ ਜਿਹੜਾ ਇਹਨਾਂ ਦਾ ਪ੍ਰਿੰਸੀਪਲ ਹੈ ਨੈਚੁਰੋਪੈਥੀ ਦਾ, ਉਹ ਕਹਿੰਦਾ ਹੈ ਡਾਇਗਨੋਸਿਸ ਆਫ ਡਿਜ਼ੀਜ਼ਿਜ਼ ਇਜ਼ ਨਾਟ ਨੈਸੇਸਰੀ। ਕਿ ਜਿਹੜੇ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦਾ ਡਾਇਗਨੋਸਿਸ ਮਤਲਬ ਉਹਨਾਂ ਦੀ ਜਾਂਚ ਪੜਤਾਲ ਕਰਨੀ ਜ਼ਰੂਰੀ ਨਹੀਂ ਹੈਗਾ, ਹਾਂ। ਜਦਕਿ ਆਪਾਂ ਜਦੋਂ ਵੀ ਡਾਕਟਰ ਕੋਲੇ ਜਾਂਦੇ ਹਾਂ, ਸਭ ਤੋਂ ਪਹਿਲੀ ਚੀਜ਼ ਜੋ ਹਰੇਕ ਬੰਦੇ ਦੇ ਦਿਮਾਗ 'ਚ ਹੁੰਦੀ ਹੈ ਉਹ ਇਹੀ ਹੁੰਦੀ ਹੈ ਵੀ ਦੱਸੋ ਮੈਨੂੰ ਬਿਮਾਰੀ ਹੋਈ ਕਿਉਂ, ਅਤੇ ਉਹਦਾ ਡਾਇਗਨੋਸ ਕੀਤਾ ਜਾਏ ਕਿ ਉਹਦਾ ਕਾਰਨ ਕੀ ਹੈ, ਹਾਂ। ਜਦਕਿ ਨੈਚੁਰੋਪੈਥੀ ਮੈਨੂੰ ਲੱਗਦਾ ਇਹਦੇ 'ਚ ਥੋੜ੍ਹਾ ਆਪੋਜ਼ਿਟ ਗੱਲ ਕਰਦੀ ਹੈ ਕਿ ਡਾਇਗਨੋਸ ਕਰਨ ਦੀ ਲੋੜ ਨਹੀਂ ਹੈਗੀ। ਜਾਂ ਤਾਂ ਆਈ ਥਿੰਕ ਜਿੱਥੇ ਤੱਕ ਮੈਂ ਸੋਚਦੀ ਹਾਂ ਉਹ ਇੱਦਾਂ ਲੱਗਦਾ ਕਿ ਤੁਸੀਂ ਪੁਰਾਣੀਆਂ ਗੱਲਾਂ ਛੱਡੋ, ਤੁਸੀਂ ਅੱਗੇ ਵਧੋ ਹੁਣ, ਡਾਇਗਨੋਸ ਨੂੰ ਸਾਈਡ 'ਤੇ ਕਰੋ, ਕਿਉਂਕਿ ਤੁਸੀਂ ਇਲਾਜ ਹੀ ਨੈਚੁਰੋਪੈਥੀ ਦਾ ਥੋੜ੍ਹਾ ਡਿਫਰੈਂਟ ਹੁੰਦਾ ਹੈ, ਹੋਲਿਸਟਿਕ ਉਹਦੇ 'ਤੇ ਹੁੰਦਾ ਹੈ, ਲੈਵਲ 'ਤੇ ਹੁੰਦਾ ਹੈ। ਇਸ ਕਰਕੇ ਮੇ ਵੀ ਡਾਇਗਨੋਸਿਸ ਕਰਨਾ ਜਾਂ ਉਹਦਾ ਕਾਰਨ ਪਤਾ ਕਰਨਾ ਬਿਮਾਰੀਆਂ ਦਾ ਜ਼ਰੂਰੀ ਨਹੀਂ ਹੈਗਾ। ਠੀਕ ਆ ਮੈਂ? ਹਾਂ ਨਹੀਂ, ਉਹ ਇਹਨਾਂ ਦਾ ਜਿਹੜਾ ਮੇਨ ਸਭ ਤੋਂ ਪਹਿਲਾ ਪੁਆਇੰਟ ਹੀ ਹੈਗਾ ਆਲ ਡਿਜ਼ੀਜ਼ਸ ਆਰ ਸੇਮ। ਜਦੋਂ ਤੁਸੀਂ ਇਹੀ ਮਤਲਬ ਐਜ਼ ਅ ਪ੍ਰਿੰਸੀਪਲ ਹੀ ਕਰ ਲਿਆ ਕਿ ਆਲ ਡਿਜ਼ੀਜ਼ਸ ਆਰ ਸੇਮ, ਹੈ ਨਾ, ਦੇਰ ਉਹਨਾਂ ਦਾ ਕਾਰਨ ਵੀ ਸੇਮ ਹੀ ਆ, ਤਾਂ ਕਹਿੰਦਾ ਤੁਸੀਂ ਉਹੀ ਟਾਈਮ ਵੇਸਟ ਕਰ ਰਹੇ ਹੋ ਲੱਭਣ ਕਿ ਆਹ ਫਲਾਨੀ ਜਗ੍ਹਾ, ਜਾਂ ਬੜਾ ਤੁਸੀਂ ਟੈਲੀਸਕੋਪਿਕ ਅਪਰੋਚ ਲੈ ਲਓਗੇ, ਜਿਵੇਂ ਤੁਸੀਂ ਡਾਇਗਨੋਸ ਕਰ ਲਓਗੇ ਤੁਹਾਡਾ ਹੋਲਿਸਟਿਕ ਵਿਜ਼ਨ ਹਿੱਲ ਜੂਗੀ। ਤੁਸੀਂ ਓਵਰਆਲ ਤੁਸੀਂ ਸਿਰਫ ਇੱਕ ਜਗ੍ਹਾ ਧਿਆਨ ਕਰੀ ਚੱਲੋਗੇ, ਤੁਹਾਨੂੰ ਲੱਗਦਾ ਕਿ ਯਾਰ ਇਹ ਮੈਨੂੰ ਇੱਥੇ ਬਸ ਮੈਨੂੰ ਰਿਜ਼ਲਟ ਆ ਜਾਵੇ ਮੈਂ ਖੁਸ਼ ਹੋ ਜੂ। ਮਤਲਬ ਉਹ ਕਹਿੰਦੇ ਨੇ ਅਪਰੋਚ ਹੀ ਨਹੀਂ ਲੈਣੀ ਆਪਾਂ, ਡਾਇਗਨੋਸ ਤੋਂ ਹੀ ਕੀ ਕਹਿੰਦਾ ਨਾ ਟੈਲੀਸਕੋਪਿਕ ਅਪਰੋਚ ਸਟਾਰਟ ਹੋ ਜਾਂਦੀ ਆ। ਤੁਸੀਂ ਬਾਕੀ ਸਾਰਿਆਂ ਨੂੰ ਭੁੱਲ ਕੇ ਸਿਰਫ ਉਸ ਇੱਕ ਸਿੰਗਲ ਪੁਆਇੰਟ ਤੇ ਪਹੁੰਚਣਾ ਚਾਹੁੰਦੇ ਹੋ, ਬਿਲਕੁਲ ਐਗਜ਼ੈਕਟ। ਐਲੋਪੈਥੀ ਤਾਂ ਸਾਰਾ ਕਰਦੀ ਉਹ ਆਇਆ ਨਾ ਕਿ ਉਹਨਾਂ ਨੇ ਤਾਂ ਬਿਲਕੁਲ ਐਗਜ਼ੈਕਟ ਉਸ ਪੁਆਇੰਟ ਤੇ ਪਹੁੰਚਣਾ, ਬਿਲਕੁਲ ਕਿ ਜਿੱਥੇ ਕਹਿ ਲਓ ਕਿ ਪ੍ਰੋਬਲਮ ਆਈ ਆ, ਹਾਂ, ਜਿੱਥੇ ਪ੍ਰੋਬਲਮ ਆ ਨਾ, ਬਸ ਸਿਰਫ ਉਹਨਾਂ ਨੇ ਐਗਜ਼ੈਕਟ ਉਸ ਪੁਆਇੰਟ ਤੇ ਪਹੁੰਚ ਕੇ ਉੱਥੇ ਉਹਨੂੰ ਸਪਰੈਸ ਕਰ ਦੇਣਾ। ਤਾਂ ਉਹਨਾਂ ਦਾ ਡਾਇਗਨੋਸ ਤੇ ਬਹੁਤ ਜ਼ਬਰਦਸਤ ਜ਼ੋਰ ਆ ਕਿ ਆਪਾਂ ਬਿਲਕੁਲ ਸਿੰਗਲ ਪੁਆਇੰਟ ਲੱਭ ਲਈਏ ਕਿੱਥੇ ਇਸ ਦਾ ਇੰਪੈਕਟ ਪਿਆ ਤੇ ਆਪਾਂ ਉਸ ਨੂੰ ਸਪਰੈਸ ਕਰ ਦਈਏ, ਉੱਥੇ ਪੈਂਚਰ ਲਗਾ ਦਈਏ। ਤੇ ਇਹ ਕਹਿ ਰਹੇ ਨੇ ਯਾਰ ਪੈਂਚਰ ਪੁੰਚਰ ਲਗਾਉਣ ਵਾਸਤੇ ਉਹੀ ਡਾਇਗਨੋਸ ਉਹੀ ਹੋ ਗਿਆ ਨਾ, ਜਦੋਂ ਆਪਾਂ ਜਿਵੇਂ ਆਪਾਂ ਦੁਕਾਨ ਤੇ ਜਾਂਦੇ ਹੁੰਦੇ ਆ ਤਾਂ ਇੰਡੀਆ ਤੁਹਾਨੂੰ ਯਾਦ ਹੋਊਗਾ ਸਾਈਕਲ ਦੇ ਪੈਂਚਰ ਵਾਲਾ, ਤੇ ਉਹ ਹਵਾ ਭਰ ਕੇ ਫਿਰ ਉਹ ਪਾਣੀ 'ਚ ਪਾਉਂਦਾ ਹੁੰਦਾ ਸੀ, ਉਹਦੇ ਬੁਲਬੁਲੇ ਨਿਕਲਦੇ ਹੁੰਦੇ ਸੀਗੇ, ਕਿੱਥੇ ਪੈਂਚਰ ਹੈ, ਹਨਾ, ਹਾਂ ਬੁਲਬੁਲੇ ਨਿਕਲਦੇ ਸੀ, ਫਿਰ ਉੱਥੇ ਪੈਂਚਰ ਲਗਾ ਦਿੰਦਾ ਸੀਗਾ। ਤੇ
ਤੇ ਆਪਾਂ ਕਹਿੰਦੇ ਉਹ ਠੀਕ ਆ, ਮਤਲਬ ਨਾ ਇਹ ਕਹਿ ਰਹੇ ਨੇ ਯਾਰ ਇਹ ਪੈਂਚਰ ਪੁੰਚਰ ਨਹੀਂ ਲੱਭਣੇ, ਆਪਾਂ ਓਵਰਆਲ ਇੱਕ ਦੇਖੀਏ ਕਿ ਤੁਹਾਡਾ ਰੂਟ ਕਾਜ਼ ਕੀ ਆ। ਰੂਟ ਕਾਜ਼ ਇਹ ਹੋ ਸਕਦਾ ਕਿ ਭਾਈ ਤੂੰ ਗਲਤ ਸੜਕ ਤੇ ਚੱਲ ਰਿਹਾ, ਜਾਂ ਤੈਨੂੰ ਸਾਈਕਲ ਹੀ ਨਹੀਂ ਚਲਾਉਣਾ ਆਉਂਦਾ, ਹਨਾ। ਤੁਸੀਂ ਆਪਣਾ ਥੋੜਾ ਆਪਣੇ ਆਪ ਨੂੰ ਹੋਲਿਸਟਿਕਲੀ ਦੇਖ, ਤੂੰ ਰੋਜ਼ ਪੈਂਚਰ ਲਵਾਉਣ ਆ ਜਾਂਦਾ ਮੇਰੇ ਕੋਲ, ਕੁਛ ਤਾਂ ਮੇਜਰ ਪ੍ਰੋਬਲਮ ਹੋਗੀ ਨਾ ਬੈਕ ਐਂਡ ਤੋਂ, ਤੇ ਤੇਰੇ ਦਿਮਾਗ ਦੇ ਵਿੱਚ ਹੋ ਸਕਦੀ ਆ। ਨਹੀਂ, ਨੈਚੁਰੋਪੈਥੀ ਬਿਲਕੁਲ ਵੀ ਰੂਟ ਕਾਜ਼ ਤੇ ਜਾਂਦੀ ਨਹੀਂ, ਕਿ ਪਤਾ ਹੀ ਨਹੀਂ ਕਰਦੇ ਹੈਗੇ ਕਿ ਨੈਚੁਰੋਪੈਥੀ 'ਚ ਵੀ ਰੂਟ ਕਾਜ਼ ਹੈ ਕੀ ਹੈ। ਰੂਟ ਕਾਜ਼ ਤਾਂ ਹੋਈ ਆ ਨਾ ਫੋਰਨ ਮੈਟਰ। ਅੱਛਾ, ਉਹ ਆਪਾਂ ਲੈ ਕੇ ਚੱਲਦੇ ਹਾਂ, ਮਤਲਬ ਕਿ ਹਰੇਕ ਜਿਹੜੀ ਬਿਮਾਰੀ ਹੈ ਬਸ ਉਹਨੂੰ ਫੋਰਨ ਮੈਟਰ ਨੂੰ ਹੀ ਤੁਸੀਂ ਬਾਹਰ ਕੱਢਣਾ ਹੈ, ਉਹ ਬਾਈ ਡਿਫਾਲਟ, ਮਤਲਬ ਇਹ ਨੈਚੁਰੋਪੈਥੀ ਦੀ ਅੰਡਰਸਟੈਂਡਿੰਗ ਹੈ। ਹਾਂ, ਮੈਂ ਫੋਰਨ ਮੈਟਰ ਆ ਗਿਆ ਤਾਂ ਕੋਈ ਨਾ ਕੋਈ ਟਰਬਲ ਆਊਗੀ। ਹੁਣ ਉਹ ਟਰਬਲ ਕਿਤੇ ਵੀ ਆ ਸਕਦੀ ਆ, ਹਾਰਟ 'ਚ ਵੀ ਆ ਸਕਦੀ ਹੈ। ਜੇ ਆਪਾਂ ਵੀ ਉਹ ਜਿਹੜੀ ਉਹ ਡਾਕਟਰ ਮੈਡਮ ਵਾਲੀ ਨਹੀਂ ਕੀਤੀ ਸੀਗੀ, ਜਿਹੜੀ ਉਹਦੇ 'ਚ ਵੀ ਇਹੀ ਸੀ ਨਾ, ਕਿਸੇ ਦੇ ਲਿਵਰ 'ਚ ਇਸ਼ੂ ਆ ਜਾਂਦਾ, ਕਿਸੇ ਦੇ ਹਾਰਟ 'ਚ ਆ ਜਾਂਦਾ, ਕਿਸੇ ਦੇ ਲੰਗਸ 'ਚ ਆ ਜਾਂਦਾ। ਮਤਲਬ ਉਹ ਆਪਾਂ ਡਿਸਾਈਡ ਨਹੀਂ ਕਰ ਸਕਦੇ ਕਿ ਸਾਡੇ ਪ੍ਰੋਬਲਮ ਕਿੱਥੇ ਆਊਗੀ। ਆਪਾਂ ਨੂੰ ਇਹ ਪਤਾ ਕਿ ਪ੍ਰੋਬਲਮ ਆ ਕਿਉਂ ਰਹੀ ਆ ਇਸ ਵਾਸਤੇ ਰਹੀ ਆ ਕਿਉਂਕਿ ਬੈਕ ਐਂਡ ਤੋਂ ਸਾਡੇ ਅੰਦਰ ਫੋਰਨ ਮੈਟਰ ਆ ਚੁੱਕਿਆ। ਲਾਈਫ ਸਟਾਈਲ ਦੇ ਵਿੱਚ ਅਸੀਂ 5 ਤੱਤਾਂ ਤੋਂ ਬਾਹਰ ਹੋ ਚੁੱਕੇ ਆ, ਅਸੀਂ ਪੋਲਿਊਸ਼ਨ ਦੇ ਵਿੱਚ ਆ ਚੁੱਕੇ ਆ, ਤਾਂ ਅਸੀਂ ਉਹਨੂੰ ਕਲੀਅਰੈਂਸ ਕਰਨੀ ਜ਼ਰੂਰੀ ਆ। ਓਕੇ 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 ਓਕੇ, ਠੀਕ ਹੈ ਰਾਈਟ, ਸਮਝ ਗਈ ਹੁਣ ਮੈਂ। ਇਹ ਕਹਿੰਦਾ ਹੈ ਇਟ ਟੇਕਸ ਟਾਈਮ ਟੂ ਕਿਉਰ ਅ ਪੇਸ਼ੈਂਟ ਸਫਰਿੰਗ ਫਰੋਮ ਕਰੋਨਿਕ ਏਲਮੈਂਟ, ਕਿ ਜਿਹੜਾ ਬੰਦੇ ਨੂੰ ਕਰੋਨਿਕ ਡਿਜ਼ੀਜ਼ ਹੁੰਦਾ ਹੈ, ਮਤਲਬ ਜਿਹੜਾ ਕਿ ਕਰੋਨਿਕ ਦੀ ਹੁਣ ਪੰਜਾਬੀ ਕੀ ਹੁੰਦੀ ਹੈ, ਨੋਰਮਲ ਬਿਮਾਰੀਆਂ ਨੂੰ ਛੱਡ ਕੇ, ਜਿਵੇਂ ਕੈਂਸਰ ਹੋ ਗਿਆ, ਕੈਂਸਰ ਹੋ ਗਿਆ, ਜਾਂ ਇੱਦਾਂ ਦੀ ਕੋਈ ਲੀਵਰ ਫੇਲੀਅਰ ਹੋ ਗਿਆ, ਇੱਦਾਂ ਦੀ ਕੋਈ ਚੀਜ਼ ਹੋ ਗਈ, ਇਹੋ ਜਿਹੀ ਬਿਮਾਰੀਆਂ ਨੂੰ ਕਹਿੰਦੇ ਠੀਕ ਕਰਨ ਨੂੰ ਟਾਈਮ ਲੱਗਦਾ ਹੈ, ਅਤੇ ਇਹਦਾ ਕੋਈ ਸ਼ਾਰਟਕਟ ਨਹੀਂ ਹੈਗਾ ਵੀ ਇਹਨੂੰ ਛੇਤੀ ਨਹੀਂ ਐਕਸਪੈਕਟ ਕਰਨਾ ਚਾਹੀਦਾ ਠੀਕ ਹੋਣਾ। ਅਤੇ ਇਹ ਤਾਂ ਥੋੜ੍ਹਾ ਸਮਝ ਆਉਂਦਾ ਮੈਨੂੰ, ਕਿਉਂਕਿ ਓਬਵੀਅਸਲੀ ਉਹ ਬਿਮਾਰੀ ਬਣਨ ਨੂੰ ਬਹੁਤ ਟਾਈਮ ਲੱਗਿਆ ਹੋਣਾ। ਪਹਿਲਾਂ ਉਹ ਇੱਕ ਨੋਰਮਲ ਬਿਮਾਰੀ ਹੁੰਦੀ ਹੈ, ਉਹਨੂੰ ਸਪਰੈਸ ਕਰਦੇ ਕਰਦੇ ਉਹ ਕਰੋਨਿਕ ਬਣੀ ਹੋਣੀ ਹੈ ਨਾ, ਓਵਰ ਦਾ ਈਅਰਸ, ਕਾਫੀ ਈਅਰਸ ਲੱਗੇ ਹੋਣਗੇ ਉਹਨੂੰ ਉਸ ਸਟੇਜ ਤੱਕ ਪਹੁੰਚਣ ਲਈ। ਅਤੇ ਇਸੀ ਕਰਕੇ ਉਹਨਾਂ ਇਲਾਜ ਕਰਨਾ ਵੀ ਇੰਨਾ ਸੌਖਾ ਨਹੀਂ ਹੋਣਾ, ਹੈ ਨਾ। ਇਹ ਮੇਰੀ ਅੰਡਰਸਟੈਂਡਿੰਗ ਤਾਂ ਇਹ ਬਣਦੀ ਹੈ, ਅਤੇ ਬਾਕੀ ਤੁਹਾਨੂੰ ਤੂੰ ਐਕਸਪਲੇਨ ਕਰਦੇ ਅੱਗੇ ਕੀ ਹੈ। ਨਹੀਂ ਠੀਕ ਆ। ਤੇ ਇਹ ਕਹਿ ਰਹੇ ਨੇ ਕਿ ਕਰੋਨਿਕ ਡਿਜ਼ੀਜ਼ ਹੁੰਦੀ ਹੈ ਨਾ ਜਿਹੜੀ, ਇਹ ਲਾਈਫ ਸਟਾਈਲ ਡਿਜ਼ੀਜ਼ ਨੂੰ ਆਪਾਂ ਕਰੋਨਿਕ ਡਿਜ਼ੀਜ਼ ਕਹਿ ਦਿੰਦੇ ਆ। ਜਿਵੇਂ ਹੁਣ ਜਿਹਦੀ ਆਪਾਂ ਕਹਿ ਦਿੰਦੇ ਆ ਕਿ ਲੋਕ ਕਹਿ ਦਿੰਦੇ ਨੇ ਕਿ ਦਵਾਈ ਪੱਕੀ ਉਹ ਲੱਗ ਗਈ ਜੀ, ਸ਼ੂਗਰ ਦੀ, ਡਾਇਬਟੀਜ਼ ਦੀ ਦਵਾਈ ਪੱਕੀ ਉਹ ਲੱਗ ਗਈ, ਬਲੱਡ ਪ੍ਰੈਸ਼ਰ ਦੀ ਦਵਾਈ ਪੱਕੀ ਉਹ ਲੱਗ ਗਈ, ਹਨਾ। ਹੁਣ ਡਾਇਲਿਸਿਸ ਹੁੰਦਾ, ਪੱਕਾ ਹੀ ਕਰਵਾਉਣਾ ਪਊਗਾ ਡਾਇਲਿਸਿਸ ਤੁਹਾਨੂੰ ਜਾ ਕੇ। ਟੀਬੀ ਆ, ਹਨਾ, ਬੜੀ ਬਿਮਾਰੀਆਂ ਨੇ ਜਿਹੜੀਆਂ ਆਪਾਂ ਕਹਿੰਦੇ ਆ ਆਫਟਰ, ਨੋਰਮਲੀ ਆਪਾਂ ਮੰਨਦੇ ਹੁੰਦੇ ਸੀ ਇਹ ਚੀਜ਼ਾਂ 50 ਤੋਂ ਬਾਅਦ ਸ਼ੁਰੂ ਹੁੰਦੀਆਂ ਸੀਗੀਆਂ ਜ਼ਿਆਦਾਤਰ, ਕਿ ਪਿੱਛੇ ਪੂਰੀ ਜ਼ਿੰਦਗੀ ਦਾ ਕਚਰਾ ਇਕੱਠਾ ਹੋ ਕੇ ਆਪਾਂ ਸਫਾਈ ਕੀਤੀ ਨਹੀਂ ਕਚਰੇ ਦੀ, ਤੇ ਇਕੱਠਾ ਹੋ ਕੇ ਇੱਕ ਟਾਈਮ ਫਿਰ ਇੱਕ ਨੈਕਸਟ ਲੈਵਲ ਦਾ ਕਚਰਾ ਇੰਟਰਨਲ ਆਰਗਨਸ 'ਚ ਜਾ ਕੇ ਆਰਗਨਸ ਅੰਦਰੋਂ ਪ੍ਰੋਬਲਮਸ ਆਉਣ ਲੱਗ ਗਈਆਂ। ਫਸਟ ਫਿਲਟਰ ਖਰਾਬ ਹੋ ਚੁੱਕਿਆ ਇੱਕ ਤਰੀਕੇ ਨਾਲ, ਮੰਨੋ ਕਿ ਨੈਕਸਟ ਫਿਲਟਰਸ ਦੇ ਅੰਦਰ ਵੜ ਗਿਆ ਹੁਣ, ਤੇ ਹੁਣ ਇਹ ਕੱਢਣਾ ਮੁਸ਼ਕਿਲ ਆ। ਤੇ ਇਹਦੇ 'ਚ ਨਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਪੁਆਇੰਟ, ਰੀਜ਼ਨ ਬਟ ਕਿਉਂਕਿ ਨਾ ਸਾਰੇ ਨੈਚੁਰੋਪੈਥ ਦੀ ਇਹੀ ਇਸ਼ੂ ਹੁੰਦਾ ਕਿ ਹਰ ਬੰਦਾ ਨਾ ਸਭ ਤੋਂ ਪਹਿਲਾਂ ਤਾਂ ਨਾ ਲੋ ਹੈਂਗਿੰਗ ਫਰੂਟ ਵੱਲ ਜਾਂਦੇ ਆਪਾਂ, ਲੋਕਾਂ ਦੀ ਆਦਤ ਆ, ਆਪਾਂ ਸਭ ਤੋਂ ਪਹਿਲਾਂ ਭੱਜਾਂਗੇ ਐਲੋਪੈਥੀ ਵੱਲ। ਹੁਣ ਤਾਂ ਆਪਣੇ ਪਿੰਡਾਂ 'ਚ ਤਾਂ ਐਲੋਪੈਥੀ 'ਚ ਵੀ ਨਵੇਂ ਲੈਵਲ ਆ ਗਏ ਨੇ। ਤੇ ਉਹ ਮੈਨੂੰ ਯਾਦ ਆ, ਆਪਣੇ ਪਿੰਡ ਕਹਿੰਦੇ ਨੇ ਡਾਕਟਰ ਨੂੰ ਕਹਿੰਦੇ ਨੇ ਕਿ ਸਾਨੂੰ ਦਵਾਈ ਨਹੀਂ ਦੇਣੀ, ਤੂੰ ਗੋਲੀ ਨਹੀਂ ਦੇਣੀ, ਟੀਕਾ ਲਾ। ਹੈ ਉਹ ਡਾਕਟਰ ਕਹਿੰਦਾ, ਹਾਂ ਉਹ ਡਾਕਟਰ ਕਹਿੰਦਾ ਕਿ ਉਹ ਅਗਲਾ ਪਹਿਲਾਂ ਦਵਾਈ ਦਊਗਾ ਨਾ, ਟੈਬਲੇਟਸ ਦਊਗਾ, ਉਹ ਕਹਿੰਦਾ ਨਾ ਟੈਬਲੇਟ ਦਾ ਤੂੰ ਹੁਣ ਦੇਗਾ 2-3 ਘੰਟਿਆਂ ਨੂੰ ਕੰਮ ਕਰੂ, ਤੂੰ ਸਿੱਧਾ ਹੀ ਟੀਕਾ ਲਾ ਦੇ ਮੇਰੇ, ਮੈਂ ਤਾਂ ਹੁਣੇ 5 ਮਿੰਟਾਂ 'ਚ ਖੜਾ ਹੋਣਾ, ਮੇਰੇ ਖੂਨ 'ਚ ਹੀ ਪਾ ਤੂੰ ਸਿੱਧਾ ਹੀ ਦਵਾਈ। ਤੇ ਲੋਕ ਨੈਚੁਰਲ ਆ, ਤੁਸੀਂ ਦੇਖੋ ਇਹ ਟ੍ਰੈਂਡ ਆ ਨਾ। ਹੁਣ ਆਪਾਂ ਵੀ ਚਾਹੁੰਦੇ ਆ ਕਿ ਸਾਨੂੰ ਇਮੀਡੀਏਟ ਹੋਵੇ, ਇਹਨੂੰ ਅਸੀਂ ਕਹਿ ਦਿੰਦੇ ਆ ਲੋ ਹੈਂਗਿੰਗ ਫਰੂਟ। ਆਪਾਂ ਇਮੀਡੀਏਟ ਆਪਾਂ ਨੂੰ ਕੋਈ ਫਾਇਦਾ ਹੋ ਜਾਵੇ, ਆਪਾਂ ਥੱਲੇ ਵਾਲਾ ਫਲ ਤੋੜਾਂਗੇ, ਆਪਾਂ ਟੌਪ ਵਾਲੇ ਫਲ ਨਹੀਂ ਤੋੜਾਂਗੇ। ਤੇ ਜਦੋਂ ਤੇ ਇਹ ਹੁੰਦਾ ਕਿ ਆ ਬੰਦਾ ਐਲੋਪੈਥੀ 'ਚ ਪਹਿਲਾਂ ਵੜਦਾ, ਐਲੋਪੈਥੀ 'ਚ ਜ਼ਿੰਦਗੀ ਖਰਾਬ ਕਰਕੇ ਫਿਰ ਹੋਮੋਪੈਥੀ ਵੱਲ, ਆਯੁਰਵੇਦ ਵੱਲ ਜਾਂਦਾ ਹੌਲੀ ਹੌਲੀ। ਜਦੋਂ ਹਾਰਦਾ ਅਗਲਾ ਕਹਿੰਦਾ ਆ ਨਹੀਂ ਚੱਲਿਆ, ਕੋਈ ਸਲਾਹ ਦੇ ਦਿੰਦਾ ਚੱਲ ਯਾਰ ਤੂੰ ਆਯੁਰਵੈਦਿਕ ਡਾਕਟਰ ਕੋਲ ਜਾਇਆ, ਹਨਾ। ਫਿਰ ਆਯੁਰਵੈਦਿਕ ਕੋਲ ਜਾਂਦਾ, ਫਿਰ ਟਾਈਮ ਵੇਸਟ ਕਰਦਾ ਫਿਰ ਨੈਚੁਰੋਪੈਥ ਕੋਲ ਪਹੁੰਚਦਾ ਐਂਡ 'ਚ ਜਾ ਕੇ, ਜਦੋਂ ਸਾਰੇ ਹੱਥ ਖੜੇ ਹੋ ਜਾਂਦੇ ਨੇ। ਇਹ ਉਹੀ ਇਹਦਾ ਕੰਪੈਰੀਜ਼ਨ ਜੇ ਮੈਂ ਇੱਕ ਬੜੇ ਸਟ੍ਰੇਟ ਫਾਰਵਰਡ ਤਰੀਕੇ ਨਾਲ ਕਰਾਂ, ਸੁਲਝੇ ਹੋਏ ਤਰੀਕੇ ਨਾਲ ਕਰਾਂ, ਤਾਂ ਮੈਂ ਦੇਖਦੀ ਹਾਂ ਜਿਵੇਂ ਕਿ ਫਾਸਟ ਫੂਡ ਹੋ ਗਿਆ ਵਰਸਿਸ
ਘਰ ਦੀ ਬਣਾਈ ਹੋਈ ਰੋਟੀ ਹੈ ਨਾ। ਫੂਡ ਫਾਸਟ ਫੂਡ ਨੇ 2 ਮਿੰਟਾਂ 'ਚ ਬਣ ਜਾਣਾ ਹੈ, ਤੁਸੀਂ ਜਾਓ ਫਟਾਫਟ ਫੜ ਕੇ ਨਾਲ ਦੀ ਨਾਲ ਖਾ ਲਓ, ਆਪਣੀ ਭੁੱਖ ਮਿਟਾ ਲਓ, ਹੈ ਨਾ। ਜਦ ਕਿ ਘਰ ਦੀ ਰੋਟੀ ਬਣਨ ਨੂੰ ਤੁਹਾਨੂੰ ਕਿਚਨ ਗਾਰਡਨ ਲਗਾਉਣਾ ਪੈਣਾ ਹੈ, ਇੱਕ ਬਹੁਤ ਲੰਬਾ ਪ੍ਰੋਸੈਸ ਹੁੰਦਾ ਉਹਦਾ ਵਧੀਆ ਰੋਟੀ ਖਾਣ ਦਾ। ਅਤੇ ਉਹੀ ਇੱਕ ਕੰਪੈਰੀਜ਼ਨ ਹੋ ਜਾਂਦਾ ਵੀ ਸ਼ਾਰਟ ਰਿਜ਼ਲਟਸ ਜਿਹੜੇ ਨੇ ਅੱਜ ਕੱਲ੍ਹ ਹਿਊਮਨ ਭਾਲਦੇ ਨੇ ਕਿ ਸਾਨੂੰ ਫਟਾਫਟ ਰਿਜ਼ਲਟ ਮਿਲ ਜਾਏ, ਵੀ ਸਾਨੂੰ ਦਰਦ ਤੋਂ ਨਿਜਾਤ ਮਿਲ ਜਾਏ ਜਾਂ ਸਾਡੀ ਬਿਮਾਰੀ ਠੀਕ ਹੋ ਜਾਏ ਫਟਾਫਟ ਤੋਂ। ਸਾਡੇ ਕੋਲ ਟਾਈਮ ਨਹੀਂ ਹੈਗਾ, ਅਸੀਂ ਉੱਠ ਕੇ ਦੁਬਾਰਾ ਖੜ੍ਹੇ ਹੋਣਾ ਹੈ ਅਤੇ ਕੰਮ ਕਰਨਾ ਨਾਲ ਦੀ ਨਾਲ ਫਟਾਫਟ, ਹੈ ਨਾ। ਅਤੇ ਇਸ ਕਰਕੇ ਲੋਕ ਜਿਹੜੇ ਹੁੰਦੇ ਨੇ ਉਹ ਇਸ ਤਰੀਕੇ ਦੇ ਸ਼ਾਰਟਕਟਸ ਭਾਲਦੇ ਨੇ ਕਿ ਸਾਡੀ ਜਿਹੜੀ ਵੱਡੀ ਬਿਮਾਰੀ ਵੀ ਹੈ ਉਹ ਘੱਟ ਤੋਂ ਘੱਟ ਟਾਈਮ ਦੇ ਨਾਲ ਠੀਕ ਹੋ ਜਾਏ। ਪਰ ਉਹ ਜਿਵੇਂ ਤੂੰ ਕਹਿੰਦਾ ਬੇਸਿਕਲੀ ਹੁੰਦੀ ਸਪਰੈਸ ਹੈ, ਉਹ ਸਪਰੈਸ ਹੁੰਦੇ ਹੁੰਦੇ ਫਿਰ ਉਹ ਕੁਝ ਸਾਲਾਂ ਬਾਅਦ ਉੱਭਰ ਕੇ ਆਉਂਦੀ ਹੈ ਕਿ ਹੋਰ ਵੀ ਵੱਡੀ ਬਿਮਾਰੀ ਬਣ ਕੇ ਆਉਂਦੀ ਹੈ, ਅਤੇ ਫਿਰ ਉਹ ਤੁਹਾਨੂੰ ਜਾ ਕੇ ਹੀ ਮਤਲਬ ਤੁਹਾਨੂੰ ਮੌਤ ਦੇ ਤੌਰ 'ਤੇ ਇੱਕ ਉਹ ਕਰਕੇ ਖ਼ਤਮ ਕਰਕੇ ਹੀ ਫਿਰ ਉਹ ਬਿਮਾਰੀ ਤੁਹਾਨੂੰ ਜਾਂਦੀ ਹੈ। ਆਫਟਰ ਪਹਿਲਾਂ ਮੰਨਿਆ ਜਾਂਦਾ ਸੀਗਾ ਕਿ ਆਫਟਰ 70s ਤੁਹਾਡੀ ਲਾਈਫ ਬਹੁਤ ਔਖੀ ਹੋਊਗੀ, ਪਹਿਲਾਂ ਹੀ ਮੰਨਿਆ ਜਾ ਰਿਹਾ ਸੀ। ਅੱਜ ਤੋਂ ਮਤਲਬ 5-7 ਸਾਲਾਂ ਬਾਅਦ ਕਿ 70 ਸਾਲਾਂ ਤੋਂ ਬਾਅਦ ਆਪਾਂ ਦੇਖਦੇ ਹੁੰਦੇ ਹਾਂ, ਲੈ ਕੇ ਹਸਪਤਾਲ ਮੁੜਿਆ ਏ, ਲੈ ਕੇ ਹਸਪਤਾਲ ਮੁੜਿਆ ਏ, ਘੜੀਸੀ ਲੱਤਾਂ ਜੀ ਘੜੀਸੀ ਜਾ ਰਹੇ ਨੇ ਹੈ। ਤੇ ਫਿਰ ਵੀ ਚੱਲ ਐਕਸਪੈਕਟ ਕਰਦੇ ਸੀ ਯਾਰ 70 ਚੱਲ ਹੁਣ ਜਿਉਂ ਲੈ 70 ਤੋਂ ਬਾਅਦ ਇਹੋ ਜਿਹਾ ਕੁਛ ਹੀ ਚੱਲਣਾ ਕੀ 5-7 ਸਾਲ ਉੱਤੇ ਥੱਲੇ। ਤੇ ਪਰ ਹੁਣ ਇਹ ਚੀਜ਼ਾਂ ਦਾ ਮੈਨੂੰ ਲੱਗ ਰਿਹਾ ਕਿ 40s ਤੋਂ ਦਿਖਣਾ ਸ਼ੁਰੂ ਹੋ ਗਿਆ। ਹੁਣ ਕੁਛ ਟਾਈਮ ਤੁਸੀਂ ਦੇਖ ਰਹੇ ਹੋ ਜਿਵੇਂ ਸਟ੍ਰੈਸ ਲੈਵਲ ਵਧਿਆ, ਕਾਰਪੋਰੇਟ ਵਗੈਰਾ ਆ ਗਿਆ। ਜਦੋਂ ਕਾਰਪੋਰੇਟ ਕਲਚਰ ਦੇ ਜਿਹੜੇ ਕਾਰਪੋਰੇਟ ਕਲਚਰ ਦੇ ਰਿਟਾਇਰ ਲੋਕਾਂ ਦੀ ਨਾ ਸਰਕਾਰੀ ਰਿਟਾਇਰਾਂ ਨਾਲੋਂ ਮਤਲਬ 20 ਸਾਲ ਉਹਨਾਂ ਦੀ ਸ਼ੈਲਫ ਲਾਈਫ ਘੱਟ ਗਈ ਆ, ਮੈਨੂੰ ਇਹ ਲੱਗ ਰਿਹਾ। ਜਿਵੇਂ ਸਰਕਾਰੀ ਬੰਦਾ ਜਿਹੜਾ ਜੌਬ ਕਰਦਾ ਰਿਹਾ ਪਹਿਲਾਂ ਆਪਣੀ ਪਿਛਲੀ ਪੀੜ੍ਹੀਆਂ ਦੇ ਵਿੱਚ, ਉਹ ਜਾ ਕੇ 60-70 ਤੋਂ ਬਾਅਦ ਲੱਤਾਂ ਜੀ ਘੜੀਸਦਾ ਸੀਗਾ, ਤੇ ਹੁਣ ਕਾਰਪੋਰੇਟ ਵਾਲਾ 40 ਤੋਂ ਲੱਤਾਂ ਜੀ ਘੜੀਸਣ। ਮੇਰੇ ਖੁਦ ਫਰੈਂਡਸ ਨੇ 40+ ਨੇ ਤੇ ਉਹ ਰੈਗੂਲਰ ਬੀਪੀ ਦੀ ਗੋਲੀ ਖਾਣ ਲੱਗ ਗਏ, ਰੈਗੂਲਰ। ਤੇ ਬੜਾ ਨਾਰਮਲ ਆ, ਦੇਖਿਆ ਮੈਂ ਵੀ ਆਪਣੇ ਆਸ-ਪਾਸ 40 ਸਾਲ ਤੋਂ ਉੱਤੇ ਕਿਸੇ ਨੂੰ ਹੱਡੀਆਂ ਦੀ ਪ੍ਰੋਬਲਮ ਆਉਣੀ ਸਟਾਰਟ ਹੋ ਗਈ ਹੈ ਜਾਂ ਕਿਸੇ ਨੂੰ ਡਾਇਬਟੀਜ਼ ਸਟਾਰਟ ਹੋ ਗਈਆਂ ਨੇ, ਕੁਛ ਨਾ ਕੁਛ ਬਿਮਾਰੀ ਤੋਂ ਕਾਫੀ ਲੋਕ ਆਪਣੇ ਆਸ-ਪਾਸ ਦੇਖਦੀ ਹਾਂ ਮੈਂ। ਸਟ੍ਰੈਸ ਲੈਵਲ, ਉਹੀ ਸਟ੍ਰੈਸ ਜਿਹੜਾ ਹੁੰਦਾ ਹੈ ਬਹੁਤ ਮੇਰੇ ਅਕੋਰਡਿੰਗ ਤਾਂ ਬਹੁਤ ਵੱਡਾ ਇੱਕ ਰੀਜ਼ਨ ਹੈ ਬਹੁਤ ਸਾਰੀ ਬਿਮਾਰੀਆਂ ਦਾ, ਹੈ ਨਾ। ਇੱਕ ਮੈਂਟਲ ਸਟ੍ਰੈਸ ਜਿਹੜਾ ਹੁੰਦਾ ਹੈ ਉਹ ਬਹੁਤ ਵੱਡਾ ਰੀਜ਼ਨ ਹੁੰਦਾ ਹੈ ਇਹ ਪ੍ਰੋਬਲਮਸ ਦਾ। ਤੇ ਇਹਦੇ 'ਚ ਕੀ ਹੁੰਦਾ ਕੀ ਆ ਨਾ, ਇੱਥੇ ਮੈਂ ਤੁਹਾਨੂੰ ਦੱਸਾਂ, ਆਪਾਂ ਨਾ ਬੜਾ ਲੇਟ ਸੋਚਦੇ ਹਾਂ ਸਾਰੀ ਚੀਜ਼ਾਂ ਬਾਰੇ ਜ਼ਿੰਦਗੀ 'ਚ, ਇਸ ਪੱਖ ਬਾਰੇ ਮੈਚਿਓਰਿਟੀ ਨਹੀਂ ਹੈਗੀ ਮਾਈਂਡ ਦੇ ਵਿੱਚ, ਹੋਲਿਸਟਿਕਲੀ ਮੈਚਿਓਰ ਨਹੀਂ ਹੋਗਾ। ਤੁਸੀਂ ਨੈਚੁਰੋਪੈਥੀ 16-17 ਸਾਲ ਦੇ ਮੁੰਡੇ ਨੂੰ, ਬੱਚੇ ਨੂੰ ਦੱਸੋ, ਉਹ ਭਗਾ ਕੇ ਮਾਰੂਗਾ, ਉਹ ਸੁਣਨਾ ਵੀ ਨਹੀਂ ਪਸੰਦ ਕਰਦਾ ਇਹ ਗੱਲਾਂ, ਹੈ ਨਾ। ਤੇ ਇਹ ਸੁਣਦੇ ਆਪਾਂ 50s ਤੋਂ 40s-50s 'ਚ ਜਾ ਕੇ ਆਪਾਂ ਨੂੰ ਮਾੜੀ ਮੋਟੀਆਂ ਗੱਲਾਂ ਸਟਾਰਟ ਕਰਨੀ ਸ਼ੁਰੂ ਕਰਦੇ ਹਾਂ, ਤੇ ਕੌਨਫੀਡੈਂਸ ਬਿਲਡ ਕਰਦੇ 60-70 ਤੇ ਪਹੁੰਚ ਜਾਂਦੇ ਆ। ਉਹ 60-70 'ਚ ਹੁਣ ਜਦੋਂ ਜਿਹੜੀ ਚੀਜ਼ ਤੁਹਾਡੇ ਲਾਸਟ 60 years 'ਚ ਇਕੱਠੀ ਹੋਈ ਆ, ਤਾਂ ਨੈਚੁਰੋਪੈਥੀ ਕਹਿੰਦੀ ਆ ਉਹਦਾ ਅੱਧਾ ਲਗਾ ਲਓ, 30 years ਲੱਗਣਗੇ ਉਹਨੂੰ ਰਿਵਾਈਵ ਕਰਨ ਨੂੰ ਵਾਪਸ, ਤਾਂ ਉਹ ਗੌਨ ਕੇਸ ਹੋ ਜਾਂਦੇ ਨੇ। ਜੇ ਤੁਸੀਂ ਆਫਟਰ ਮੈਨੂੰ ਲੱਗਦਾ ਕਿ ਆਫਟਰ 50-55 ਜਾਂ 60 ਨੈਚੁਰੋਪੈਥੀ ਵੱਲ ਜਾ ਰਹੇ ਹੋ, ਤਾਂ ਉਹ ਤੁਹਾਨੂੰ ਮਤਲਬ ਉਹਨੂੰ ਅਸੀਂ ਇਹਨੂੰ ਇਹ ਯੂਜ਼ ਕਰਦੇ ਨੇ ਕਿ ਤੁਹਾਨੂੰ ਨਾ ਸ਼ਾਂਤ ਜੀ ਮੌਤ ਦੇ ਵਿੱਚ ਤਾਂ ਬਹੁਤ ਹੈਲਪਫੁਲ ਆ, ਕਿ ਤੁਹਾਨੂੰ ਤੜਫੋਗੇ ਨਹੀਂ ਤੁਸੀਂ ਜ਼ਿਆਦਾ ਹੈ, ਤੇ ਤੁਸੀਂ ਫਾਈਨੈਂਸ਼ੀਅਲੀ ਉਨੇ ਸਟ੍ਰੈਸ ਨਹੀਂ ਆਊਗਾ ਤੁਹਾਨੂੰ, ਕਿਉਂਕਿ ਇਹ ਫਾਈਨੈਂਸ਼ੀਅਲੀ ਬੜੀ ਸਸਤੀ ਐਜ਼ ਕੰਪੇਅਰ ਟੂ ਐਲੋਪੈਥੀ ਆ। ਤੁਹਾਡੇ ਆਪਰੇਸ਼ਨ ਥੀਏਟਰਸ ਨਹੀਂ ਹੈਗੇ ਇਹਦੇ 'ਚ, ਕੋਈ ਤੁਹਾਨੂੰ ਐਂ ਮਤਲਬ ਮਹਿੰਗੇ ਇਲਾਜ ਨਹੀਂ ਹੈਗੇ, ਤੇ ਉਹਦੇ ਤਾਂ ਹੈਲਪ ਕਰੂਗੀ। ਪਰ ਇਹ ਐਕਸਪੈਕਟ ਕਰਨਾ ਕਿ ਮੈਂ ਬੈਕ ਟੂ ਬਿਲਕੁਲ ਨਾਰਮਲ ਹੋ ਜਾ ਬਿਲਕੁਲ, ਤੇ ਉਹ ਥੋੜਾ ਔਖਾ। ਇਫ ਯੂ ਆਰ ਬਿਯੋਂਡ 60 ਕਹਿ ਲਓ ਆਪਾਂ ਇੱਕ ਤਰੀਕੇ ਦਾ, ਤਾਂ ਮੈਨੂੰ ਇਹ ਲੱਗ ਰਿਹਾ ਕਿ ਇਸ ਨੂੰ ਤੁਹਾਨੂੰ ਬਹੁਤ ਜਲਦੀ ਛੋਟੇ ਲੈਵਲ ਤੇ ਇੰਪਲੀਮੈਂਟ ਕਰਨੀ ਚਾਹੀਦੀ ਹੈ। ਤੇ ਸਭ ਤੋਂ ਜ਼ਿਆਦਾ ਨਾ ਛੋਟੇ ਬੱਚਿਆਂ ਦੇ ਵਿੱਚ ਇਹਦੇ ਸਪੈਸ਼ਲਿਸਟ ਬਣਨੇ ਚਾਹੀਦੇ ਨੇ। ਮਤਲਬ ਛੋਟਾ ਬੱਚਾ ਹਜੇ 2 ਸਾਲ ਦਾ ਜਾਂ 3 ਸਾਲ ਦਾ ਹੀ, ਉਹ 'ਚ ਤੁਹਾਨੂੰ ਕੋਈ ਡਿਜ਼ੀਜ਼ ਦਿਖ ਰਹੀ ਆ ਹੈ, ਤਾਂ ਤੁਸੀਂ ਉਦੋਂ ਹੀ ਜੇ ਨੈਚੁਰੋਪੈਥੀ ਤੋਂ ਸ਼ੁਰੂ ਕਰੋਗੇ ਨਾ, ਤਾਂ ਬਹੁਤ ਜ਼ਿਆਦਾ ਚਾਂਸਿਸ ਨੇ ਕਿ ਉਹ 1-1.5 ਸਾਲ 'ਚ ਹੀ ਰਿਕਵਰ ਕਰ ਜਾਊਗਾ। ਅੱਛਾ, ਤੇ ਉਹ ਫਿਰ ਲਾਈਫ ਟਾਈਮ ਕਰੂਗਾ। ਤੁਸੀਂ ਇਹਦਾ ਦੇਖਿਓ, ਜਾਰਡਨ ਪੀਟਰਸਨ ਦੀ ਬੇਟੀ ਨੇ ਕੀਤਾ ਇਹ ਕੰਮ। ਜਾਰਡਨ ਪੀਟਰਸਨ ਦੀ ਬੇਟੀ ਬਚਪਨ ਤੋਂ ਹੀ ਬਿਮਾਰ ਰਹੀ, ਤੇ ਡਿਊ ਟੂ ਹਿਸ ਫਾਦਰ ਬੜਾ ਇਨੋਵੇਟਿਵ ਸੀ, ਮਤਲਬ ਪੜ੍ਹਿਆ ਲਿਖਿਆ ਸੀ ਫੈਮਿਲੀ, ਤਾਂ ਉਹਦੀ ਬੇਟੀ 'ਚ ਵੀ ਉਹੀ DNA ਆਇਆ, ਤੇ ਉਹਨਾਂ ਨੇ ਆਪਣੀ ਸੈਲਫ ਮੈਡੀਕੇਸ਼ਨ ਸਟਾਰਟ ਕਰ ਲਈਆਂ, ਲੱਭਣਾ ਸ਼ੁਰੂ ਕੀਤਾ। ਤੇ ਉਹਨਾਂ ਨੇ ਅਰਾਊਂਡ ਜਾ ਕੇ ਮੈਨੂੰ ਲੱਗਦਾ ਫੂਡ ਵਗੈਰਾ ਚੇਂਜ ਕੀਤਾ ਬੜਾ ਜ਼ਬਰਦਸਤ ਲੈਵਲ ਤੇ ਉਹਨਾਂ ਨੇ ਆਪਣੇ ਫੈਮਿਲੀ 'ਚ ਬੇਟੀ ਦਾ। ਤੇ ਉਹ ਬੇਟੀ ਪੂਰੀ ਕਹਿੰਦੇ ਅਪ ਟੂ 25 ਸ਼ਾਇਦ ਉਹ ਦਵਾਈਆਂ 'ਤੇ ਰਹੀ ਆ ਬਚਪਨ ਤੋਂ,
ਤੇ ਉਹ 25 ਤੋਂ ਬਾਅਦ ਹੁਣ ਐਨ ਫਿੱਟ ਹੋ ਕੇ ਉਹ ਆਪਣਾ ਪੋਡਕਾਸਟਾਂ ਚਲਾ ਰਹੀ ਆ, ਆਪਣਾ ਲੋਕਾਂ ਨੂੰ ਕੋਚਿੰਗ ਦੇ ਰਹੀ ਆ ਹੈਲਥ ਦੇ ਉੱਤੇ। ਹਾਂ ਮੈਂ ਸੁਣੀ ਉਹਦੀ ਪੋਡਕਾਸਟ, ਉਹ ਫੂਡ 'ਤੇ ਹੀ ਦਿੰਦੀ ਹੈ ਮੋਸਟਲੀ ਕਿ ਫੂਡ ਕੈਨ ਯੂਰ ਦ ਟਾਈਪ ਆਫ ਫੂਡ ਦੈਟ ਯੂ ਈਟ ਕੈਨ ਚੇਂਜ ਐਵਰੀਥਿੰਗ ਫॉर ਯੂ, ਮਤਲਬ ਉਹ ਤੁਹਾਡੀ ਸਾਰੀ ਬਿਮਾਰੀਆਂ ਕਿਉਰ ਕਰ ਸਕਦੀ ਹੈ, ਉਹਦਾ ਬੇਸਿਕਲੀ ਕਹਿਣਾ ਇਹ ਹੈ। ਹਾਂ ਠੀਕ ਹੈ ਠੀਕ ਹੈ ਠੀਕ ਹੈ, ਸਮਝ ਗਈ ਮੈਂ ਇਸ ਚੀਜ਼ ਨੂੰ। ਓਕੇ, ਅਤੇ ਫਿਰ ਜੀ ਨੈਕਸਟ ਆ ਜਾਂਦਾ ਸਪਰੈਸ ਡਿਜ਼ੀਜ਼ਿਜ਼ ਕਮ ਟੂ ਸਰਫੇਸ ਥਰੂ ਨੇਚਰ ਕੇਅਰ, ਕਿ ਜਿਹੜੀਆਂ ਦੱਬੀਆਂ ਹੋਈਆਂ ਬਿਮਾਰੀਆਂ ਹੁੰਦੀਆਂ ਨੇ ਉਹ ਉਤਲੀ ਤਹਿ 'ਤੇ ਆ ਜਾਂਦੀਆਂ ਨੇ ਜੇ ਤੁਸੀਂ ਨੈਚੁਰੋਪੈਥੀ ਫੋਲੋ ਕਰਦੇ ਹੋ ਜਾਂ ਨੇਚਰ ਕੇਅਰ ਫੋਲੋ ਕਰਦੇ ਹੋ। ਜੇ ਜਿਵੇਂ ਆਪਾਂ ਨੂੰ ਪ੍ਰਾਕਿਰਤਿਕ ਆਪਣੇ ਜਿਹੜੇ ਇਲਾਜ ਹੁੰਦੇ ਨੇ ਜਦ ਆਪਾਂ ਉਹ ਸ਼ੁਰੂ ਕਰਦੇ ਹਾਂ ਤਾਂ ਆਪਣੀ ਦੱਬੀਆਂ ਹੋਈਆਂ ਬਿਮਾਰੀਆਂ ਨੇ ਜਿਹੜੀਆਂ ਉਹ ਸਰਫੇਸ 'ਤੇ ਆ ਜਾਂਦੀਆਂ ਨੇ। ਇਹ ਮੈਨੂੰ ਪੂਰਾ 100% ਸਮਝ ਨਹੀਂ ਆਇਆ ਕਿ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਨੈਚੁਰੋਪੈਥੀ ਫੋਲੋ ਕਰੋਗੇ ਤਾਂ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਸਰਫੇਸ 'ਤੇ ਆ ਜਾਣਗੀਆਂ ਆਪਣੇ ਆਪ ਹੀ, ਤੁਹਾਨੂੰ ਦੱਸਣ ਦੀ ਲੋੜ ਵੀ ਨਹੀਂ ਪੈਣੀ, ਪਛਾਣਨ ਦੀ ਲੋੜ ਵੀ ਨਹੀਂ ਪੈਣੀ। ਕਿ ਇਸ ਪ੍ਰਿੰਸੀਪਲ ਦਾ ਮਤਲਬ ਇਹ ਹੈ? ਨਹੀਂ, ਇਹ 'ਚ ਕਿਵੇਂ ਹੁੰਦਾ ਨਾ, ਇਹ ਬੜਾ ਇੰਪੋਰਟੈਂਟ ਪ੍ਰਿੰਸੀਪਲ ਹੈ ਸਮਝਣ ਵਾਸਤੇ। ਇਹ ਆਪਾਂ ਸਟੈਪ ਬਾਏ ਸਟੈਪ ਇੱਕ ਤਰੀਕੇ ਨਾਲ ਆਪਾਂ ਉਲਝ ਰਹੇ ਹਾਂ, ਸਟੈਪ ਬਾਏ ਸਟੈਪ। ਪਹਿਲਾਂ ਆਪਾਂ ਜ਼ੁਕਾਮ ਹੋਇਆ, ਆਪਾਂ ਜ਼ੁਕਾਮ ਨੂੰ ਸਪਰੈਸ ਕਰ ਲਿਆ, ਠੀਕ ਹੈ ਨਾ। ਫਿਰ ਉਹ ਨੱਕ ਦਾ ਜਿਹੜਾ ਆਪਣਾ ਸਿਸਟਮ ਸੀਗਾ ਉਹ ਫੇਲ ਕਰ ਲਿਆ, ਆਪਾਂ ਆਪਣੇ ਆਪ ਹੀ ਸਪਰੈਸ ਕਰ ਲਿਆ, ਤਾਂ ਉਹ ਜਿਹੜੀ ਵੀ ਫੋਰਨ ਮੈਟਰ ਹੋਰ ਅੰਦਰ ਚਲੇ ਗਿਆ, ਉਹਨੇ ਅੰਦਰ ਜਾ ਕੇ ਨੈਕਸਟ ਆਰਗਨਸ ਨੂੰ ਕੁਛ ਤੰਗ ਕੀਤਾ, ਠੀਕ ਆ, ਆਪਾਂ ਉੱਥੇ ਵੀ ਸਪਰੈਸ ਕਰ ਲਿਆ। ਫਿਰ ਉਹ ਉਸ ਤੋਂ ਨੈਕਸਟ ਲੈਵਲ ਤੇ ਚਲੇ ਗਿਆ, ਫਿਰ ਉਹ ਮੈਂਟਲ ਡਿਜ਼ੀਜ਼ ਬਣ ਜਾਂਦੀ ਐਂਡ 'ਚ ਜਾ ਕੇ। ਪਹਿਲਾਂ ਫਿਜ਼ੀਕਲ ਡਿਜ਼ੀਜ਼ ਹੁੰਦੇ ਨੇ, ਫਿਰ ਮੈਂਟਲ ਡਿਜ਼ੀਜ਼ ਵੀ ਆ ਜਾਂਦੇ ਨੇ, ਫਿਰ ਡਿਪਰੈਸ਼ਨ ਤੱਕ ਗੱਲ ਪਹੁੰਚ ਜਾਂਦੀ ਆ, ਹਨਾ। ਫਿਰ ਬੰਦੇ ਨੂੰ 8-10 ਡਾਕਟਰਾਂ ਕੋਲ ਜਾਣਾ ਪੈ ਜਾਂਦਾ ਕਿ ਹਾਂ ਭਾਈ ਆ ਮੈਂਟਲਿਸਟ ਲੈਣ ਵਾਸਤੇ ਤੂੰ ਇਹਦੇ ਕੋਲ ਜਾ, ਹਾਰਟ ਵਾਸਤੇ ਇਹਦੇ ਕੋਲ ਜਾ, ਲਿਵਰ ਵਾਸਤੇ ਇਹਦੇ ਕੋਲ ਜਾ, ਹਨਾ। ਆਪਾਂ ਐਂ ਹੋ ਜਾਂਦਾ। ਇਹਦੇ 'ਚ ਕੀ ਹੁੰਦਾ, ਜਿਵੇਂ ਤੁਸੀਂ ਨੈਚੁਰੋਪੈਥੀ ਤੇ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਜਿਹੜੀ ਤੁਹਾਨੂੰ ਲੱਗਦਾ ਹੁੰਦਾ ਕਿ ਮੈਂ ਉਹ ਬਿਮਾਰੀਆਂ ਤੇ ਜਿੱਤ ਲਿਆ, ਮੈਂ ਤਾਂ ਜ਼ੁਕਾਮ ਨੂੰ ਜਿੱਤ ਲਿਆ, ਮੈਂ ਤਾਂ ਖਾਂਸੀ ਨੂੰ ਜਿੱਤ ਲਿਆ, ਠੀਕ ਆ, ਮੈਂ ਤਾਂ ਫਲਾਨੀ ਚੀਜ਼ ਨੂੰ ਜਿੱਤ ਲਿਆ, ਹੁਣ ਮੈਨੂੰ ਹੋ ਗਿਆ। ਆਪਾਂ ਇਹ ਕਹਿ ਦਿੰਦੇ ਆ ਯਾਰ ਡਾਕਟਰ ਤਾਂ ਬੜਾ ਵਧੀਆ ਸੀਗਾ, ਉਹ ਫਿਰ ਆਪਾਂ ਡਾਕਟਰ ਤੇ ਵਿਸ਼ਵਾਸ ਵੀ ਕਰ ਲੈਂਦੇ ਹਾਂ। ਉਹਨੇ ਇੱਕ ਗੋਲੀ ਦਿੱਤੀ, ਭਾਈ ਮੇਰਾ ਤਾਂ ਜ਼ੁਕਾਮ ਖਤਮ, ਖਾਂਸੀ ਸੀ ਖਾਂਸੀ ਵੀ ਖਤਮ, ਇੱਕ ਨਾ ਅਗਲੇ ਨੇ ਕੀਤਾ। ਉਹ ਇਹ ਕਹਿੰਦੇ ਕਿ ਉਹ ਬਿਮਾਰੀਆਂ ਦੁਬਾਰਾ ਤੋਂ ਸਰਫੇਸ ਤੇ ਆ ਜਾਣਗੀਆਂ ਜਿਵੇਂ ਨੈਚੁਰੋਪੈਥੀ ਤੁਸੀਂ ਇਲਾਜ ਸ਼ੁਰੂ ਹੋਊਗਾ ਤੁਹਾਡਾ ਪਿਛਲੀ ਬਿਮਾਰੀਆਂ ਤੇ ਆਪਣਾ ਉੱਥੇ ਕੌਨਫੀਡੈਂਸ ਇੱਕਦਮ ਗਿਰ ਜਾਂਦਾ। ਆਪਾਂ ਕਹਿੰਦੇ ਲੈ ਯਾਰ ਇਹ ਤਾਂ ਮੇਰੀਆਂ ਤਾਂ ਮਤਲਬ ਪੁਰਾਣੀਆਂ ਨੇ, ਨਵੀਂ ਤਾਂ ਠੀਕ ਕਰਨੀ ਹੈ, ਤਾਂ ਪੁਰਾਣੀਆਂ ਵੀ ਦੁਬਾਰਾ ਤੋਂ ਸ਼ੁਰੂ ਹੋ ਗਈਆਂ ਮੇਰੀਆਂ। ਤਾਂ ਇਹ ਕਹਿ ਰਹੇ ਨੇ ਕਿ ਉਹੀ ਗੱਲ ਆ ਜਾਂਦੀ ਹੈ ਕਿਉਂਕਿ ਹੋਲਿਸਟਿਕ ਅਪਰੋਚ ਹੋਣ ਕਰਕੇ ਵੀ ਤੁਸੀਂ ਨੈਚੁਰੋਪੈਥੀ ਦੇ ਅੰਡਰ ਉਹ ਓਵਰਆਲ ਸਭ ਕੁਝ ਤੁਹਾਡਾ ਕਲੀਨ ਕਰਨਾ ਚਾਹੁੰਦੇ ਨੇ ਬੋਡੀ ਨੂੰ, ਇਸ ਕਰਕੇ ਸਾਰੀਆਂ ਚੀਜ਼ਾਂ ਸਰਫੇਸ ਤੇ ਆ ਜਾਣਗੀਆਂ ਹੈ। ਹਾਂ, ਤੇ ਹੁੰਦਾ ਕੀ ਆ, ਜਿਹੜੀ ਸਭ ਤੋਂ ਲਾਸਟ ਬਿਮਾਰੀ ਆ ਜਾਂ ਜਿਹੜੀ ਕ੍ਰੋਨਿਕ ਬਿਮਾਰੀ ਆ ਜਿਹੜੀ ਤੁਹਾਡੀ, ਉਹ ਰਿਡਿਊਸ ਹੋਣੀ ਸ਼ੁਰੂ ਹੋ ਜਾਊਗੀ ਤੇ ਅਕਿਊਟ ਉੱਠਣੀਆਂ ਸ਼ੁਰੂ ਹੋ ਜਾਣਗੀਆਂ ਦੁਬਾਰਾ ਤੋਂ, ਹੈ। ਹਾਂ, ਅਕਿਊਟ ਉੱਠਣੀਆਂ ਸ਼ੁਰੂ ਹੋ ਜਾਣਗੀਆਂ ਦੁਬਾਰਾ ਤੋਂ, ਤੇ ਹੌਲੀ ਹੌਲੀ ਜਿਸ ਆਰਡਰ 'ਚ ਤੁਹਾਨੂੰ ਬਿਮਾਰੀਆਂ ਲੱਗੀਆਂ ਨੇ ਉਸੇ ਆਰਡਰ 'ਚ ਰਿਵਰਸ ਹੋਊਗਾ ਸਾਰਾ ਸਿਸਟਮ। ਮੇਬੀ ਇਹ ਹੋਵੇ, ਮੇਬੀ ਇਹ ਤੇ ਮੈਨੂੰ ਇੱਕ ਚੀਜ਼ ਹਾਂ ਬੋਲੋ। ਹਾਂ, ਮੇਬੀ ਇਹ ਹੋਵੇ ਕਿ ਤੁਸੀਂ ਤੁਹਾਡਾ ਟੀਵੀ ਖਤਮ ਹੋ ਜਾਵੇ ਤੇ ਤੁਹਾਨੂੰ ਖਾਂਸੀ ਦੁਬਾਰਾ ਤੋਂ ਆ ਜਾਵੇ, ਹੈ। ਹੁਣ ਮੈਨੂੰ ਲੱਗ ਰਿਹਾ ਕਿ ਨਾਟ ਅ ਬੈਡ ਡੀਡ, ਮਤਲਬ ਬੰਦਾ ਕਹਿ ਦੇਵੇ ਯਾਰ ਕੋਈ ਗੱਲ ਨਹੀਂ, ਮੈਂ ਖੰਘ ਲੈਣਾ, ਤੇ ਹੌਲੀ ਹੌਲੀ ਖਾਂਸੀ ਵੀ ਰਿਵਾਈਵ ਵਾਪਿਸ ਕਰ ਉਮੀਦ ਹੋਊਗੀ ਕਿ ਇਹ ਵੀ ਵਾਪਿਸ ਹੋ ਸਕਦੀ ਆ, ਹੈ। ਤੇ ਪਰ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਆਪਾਂ ਦੇਖਣਾ ਚਾਹੀਦਾ ਕਿ ਯਾਰ ਜਿਹੜੀ ਲਾਈਫ ਥ੍ਰੈਟਨਿੰਗ ਇੰਟਰਨਲ ਆਰਗਨਸ ਨੂੰ ਪਹਿਲਾਂ ਬਚਾਈਏ, ਤੇ ਜੇ ਬਾਹਰਲੇ ਆਰਗਨਸ ਨੇ, ਸਿਸਟਮਸ ਨੇ, ਇਹਨਾਂ ਨਾਲ ਥੋੜਾ ਆਪਣੀ ਲਾਈਫ ਸਟਾਈਲ ਚੇਂਜ ਕਰਕੇ ਆਪਾਂ ਸੌਂ ਕੇ ਹੀ ਆਪਣਾ ਸਰ ਜਾਵੇ। ਜ਼ੁਕਾਮ ਆ, ਜਿਵੇਂ ਜ਼ੁਕਾਮ ਆ ਤੁਸੀਂ ਨੇਤੀ ਕਰ ਲਓ। ਹੁਣ ਮੈਂ ਹੀ ਕਰਦਾ, ਜਦੋਂ ਮੈਨੂੰ ਬਹੁਤ ਜ਼ਿਆਦਾ ਐਕਸਟ੍ਰੀਮ ਹੋ ਜਾਂਦਾ ਮੈਂ ਨੇਤੀ ਕਰ ਲੈਣਾ, ਗਰਮ ਪਾਣੀ ਕੋਸਾ ਜਿਹਾ ਪਾ ਕੇ ਨੱਕ 'ਚ ਇੱਧਰੋਂ ਕੱਢ ਲਿਆ ਉੱਧਰੋਂ ਕਰ ਲਿਆ, ਉਹਦੇ ਨਾਲ ਆਹ ਪੋਰਸ਼ਨ ਆਪਣਾ ਸਾਫ਼ ਹੋ ਜਾਂਦਾ। ਤੇ ਉਹਦੇ ਨਾਲ ਕੀ ਹੈ ਕਿ ਠੀਕ ਆ, ਮੈਨੂੰ 1-2 ਦਿਨ ਮੇਰੇ ਖਰਾਬ ਹੋ ਰਹੇ ਨੇ, ਪਰ ਮੈਂ ਐਟਲੀਸਟ ਜਿਹੜੇ ਅੱਗੇ ਜਾ ਕੇ ਇੰਪੈਕਟ ਹੋਣੇ ਸੀ ਇੰਟਰਨਲ ਆਰਗਨਸ ਅੱਛੇ ਕੰਮ ਕਰੀ ਜਾ ਰਹੇ ਨੇ ਐਜ਼ ਕੰਪੇਅਰ ਟੂ ਜੇ ਮੈਂ ਇਹਨੂੰ ਸਪਰੈਸ ਕਰ ਲੈਂਦਾ। ਤਾਂ ਇਹ ਮੈਨੂੰ ਇਹੀ ਲੱਗ ਰਿਹਾ ਨਾ, ਜਦੋਂ ਪ੍ਰਿੰਸੀਪਲਸ ਨਹੀਂ ਤੁਸੀਂ ਸਮਝਦੇ ਤੁਸੀਂ ਨੈਚੁਰੋਪੈਥ ਕੋਲ ਚਲੇ ਜਾਂਦੇ ਹੋ, ਤੇ ਫਿਰ ਤੁਸੀਂ ਜਾ ਕੇ ਨਾ ਲੋਕਾਂ ਨੂੰ ਵੀ ਦੱਸਦੇ ਹੋ ਯਾਰ ਉਹ ਤਾਂ ਕਾਹਦਾ ਡਾਕਟਰ ਆ, ਉਹਨੇ ਤਾਂ ਮੇਰੇ ਤਾਂ ਚੰਗਾ ਭਲਾ ਡਾਕਟਰ ਨੇ ਮੇਰਾ ਤਾਂ ਜ਼ੁਕਾਮ ਵੀ ਖਤਮ ਕਰਤਾ ਸੀ, ਮੈਨੂੰ ਖੰਘ ਵੀ ਨਹੀਂ ਹੁੰਦੀ ਸੀ, ਹੈ। ਉਹਦੇ ਕੋਲ ਗਿਆ ਤਾਂ ਮੈਨੂੰ ਤਾਂ ਭਾਈ ਉਲਟੀਆਂ ਲੱਗ ਗਈਆਂ। ਭਾਈ ਉਲਟੀ ਦਾ ਇੱਕ ਬੈਨੀਫਿਟ ਹੈ ਤੁਹਾਨੂੰ, ਕਿਉਂਕਿ ਪ੍ਰਿੰਸੀਪਲਸ ਹੀ ਨਹੀਂ ਸਮਝ। ਤਾਂ ਜੋ ਨੈਚੁਰੋਪੈਥੀ ਹੈ ਇਟਸ ਮੋਰ ਇਹ ਐਜੂਕੇਸ਼ਨਲ ਆ ਜ਼ਿਆਦਾ। ਜਿਹੜੀ ਐਲੋਪੈਥੀ ਆ ਉੱਥੇ ਓਲਾ, ਜਿਵੇਂ ਤੁਸੀਂ ਕਈ ਸ਼ਾਪਸ ਤੇ ਜਾਂਦੇ ਹੋ ਨਾ, ਉੱਥੇ ਜਾਣ ਕੇ ਨਾ ਤੁਹਾਨੂੰ ਮਕੈਨਿਕ ਦੇ ਕੋਲੇ ਜਾਣ ਨਹੀਂ ਦਿੱਤਾ ਜਾਂਦਾ,
ਉਹ ਤੁਹਾਨੂੰ ਕਹਿਣਗੇ, ਜਿਵੇਂ ਕਾਰਾਂ ਦੇ ਵਿੱਚ ਵੀ ਉਹ ਕਈ ਕਰਦੇ ਨੇ, ਕਾਰਾਂ ਵਾਲੇ ਉੱਥੇ ਗੈਸਟ ਰੂਮ 'ਚ ਬੈਠੋ ਤੇ ਟੀਵੀ ਟੂਵੀ ਲਗਾ ਕੇ ਰੱਖਣਗੇ ਕਾਰ, ਜਦੋਂ ਤੁਸੀਂ ਡੀਲਰ ਕੋਲ ਜਾਂਦੇ ਹੋ ਆਪਣੀ ਵਰਕਸ਼ਾਪ ਦੇ ਵਿੱਚ। ਕਿਤੇ ਕਿਤੇ ਹੁੰਦਾ ਕਿ ਕਿਤੇ ਕਿਤੇ ਤੁਸੀਂ ਹੁੰਦਾ, ਤੁਸੀਂ ਜਮਾ ਮਕੈਨਿਕ ਨਾਲ ਗੱਲ ਕਰ ਪਾ ਰਹੇ ਹੋ, ਤੁਸੀਂ ਮਕੈਨਿਕ ਦੱਸ ਰਿਹਾ ਮੈਂ ਕਿਉਂ ਕਰ ਰਿਹਾ, ਕਿਵੇਂ ਕਰ ਰਿਹਾ, ਤੇ ਉਹਦੇ ਨਾਲ ਤੁਹਾਡਾ ਇਹ ਐਜੂਕੇਸ਼ਨਲ ਜ਼ਿਆਦਾ। ਤਾਂ ਜਿਹੜਾ ਗਾਂਧੀ ਸਮਾਰਕ ਦਾ ਜੋ ਨੈਚੁਰੋਪੈਥੀ ਦਾ ਇਹ ਇੱਕ ਕੋਰਸ ਆ ਜਿਹੜਾ, ਇਹ ਐਜੂਕੇਸ਼ਨਲ ਆ। ਜਦੋਂ ਤੱਕ ਤੁਸੀਂ ਐਜੂਕੇਟ ਨਹੀਂ ਹੁੰਦੇ ਤੇ ਤੁਹਾਡਾ ਟਰਸਟ ਲੈਵਲ ਤੇ ਡਾਕਟਰ ਦਾ ਟਰਸਟ ਲੈਵਲ ਇੱਕ ਲੈਵਲ ਤੇ ਨਾ ਚੱਲ ਰਿਹਾ ਹੋਵੇ, ਇਹ ਕੰਮ ਨਹੀਂ ਕਰ ਸਕਦੀ। ਕਿਉਂਕਿ ਤੁਸੀਂ ਲੰਬਾ ਚੱਲਣਾ, ਤੁਸੀਂ ਉਹਨੂੰ ਇੱਕ ਦੋਸਤ ਬਣਾਉਣਾ ਇੱਕ ਤਰੀਕੇ ਦਾ, ਆਪਣੇ ਲਾਈਫ ਲੌਂਗ ਤੁਸੀਂ ਉਹਨੂੰ ਮਿਲਦੇ ਗਿਲਦੇ ਰਹੋਗੇ ਡਾਕਟਰ। ਓਕੇ ਓਕੇ। ਤੇ ਇੱਕ ਮੇਰਾ ਹੋਰ ਕੁਐਸਚਨ ਸੀਗਾ ਕਿ ਜੇ ਫੋਰ ਐਗਜ਼ਾਮਪਲ ਜੇ ਮੈਨੂੰ ਫਿਲਹਾਲ ਕੋਈ ਬਿਮਾਰੀ ਨਹੀਂ ਹੈ ਨਾ, ਤੇ ਮੈਂ ਫਿਰ ਵੀ ਆਪਣੀ ਬੋਡੀ ਨੂੰ ਕਲੀਨ ਕਰਾਉਣਾ ਚਾਹੁੰਦੀ ਹਾਂ, ਵੀ ਚਲੋ ਕੋਈ ਦੱਬੀ ਹੋਈ ਗੱਭਰੂ, ਕੋਈ ਦੱਬੀ ਹੋਈ ਬਿਮਾਰੀ ਹੋਵੇ ਹੈ ਨਾ, ਤੇ ਉਹਨੂੰ ਜੇ ਕੱਢਣਾ ਹੋਵੇ ਸਰੀਰ 'ਚੋਂ, ਜੋ ਮੈਨੂੰ ਜਿਹਦੇ ਬਾਰੇ ਮੈਨੂੰ ਪਤਾ ਨਹੀਂ ਹੈਗਾ, ਤੇ ਇਹਦਾ ਵੀ ਕੋਈ ਇੱਦਾਂ ਹੁੰਦਾ ਹੈ ਨੈਚੁਰੋਪੈਥੀ 'ਚ ਕੋਈ ਆਪਸ਼ਨ ਹੁੰਦਾ ਹੈ ਕਿ ਤੁਸੀਂ ਜਾ ਕੇ ਬਿਨਾਂ ਰੀਜ਼ਨ ਤੋਂ ਜਾ ਕੇ ਨੈਚੁਰੋਪੈਥ ਕੋਲ ਜਾ ਸਕਦੇ ਹੋ ਵੀ ਮੈਨੂੰ ਕੋਈ ਬਿਮਾਰੀ ਨਹੀਂ ਹੈਗੀ, ਮੈਂ ਤਾਂ ਵੈਸੇ ਆਇਆ ਤੁਹਾਡੇ ਕੋਲ, ਇੱਦਾਂ ਆਪਸ਼ਨ ਹੈ? ਹਾਂ, ਜਿਹੜਾ ਹੁਣ 16 ਸੈਕਟਰ ਗਾਂਧੀ ਸਮਾਰਕ ਆ, ਉੱਥੇ ਡਾਕਟਰ ਵੀ ਬੈਠਦੇ ਨੇ ਤੇ ਵਿੱਚ ਇੱਕ ਸੈਂਟਰ ਵੀ ਹੁੰਦਾ। ਜਿਵੇਂ ਸੈਂਟਰ ਹੁੰਦਾ ਉੱਥੇ ਮਸਾਜ ਚੱਲ ਰਹੀ ਆ, ਠੀਕ ਆ, ਉੱਥੇ ਯੋਗਾ ਚੱਲ ਰਿਹਾ, ਤੇ ਉੱਥੇ ਸਟ੍ਰੀਮ ਬਾਥ ਦਾ ਸਿਸਟਮ ਆ, ਮੱਡ ਬਾਥ ਦਾ ਸਿਸਟਮ ਆ, ਟਬਸ ਨੇ, ਹੈ। ਤੇ ਤੁਸੀਂ ਜਾਓ, ਤੁਸੀਂ ਡਾਕਟਰ ਨੂੰ ਮਿਲਿਓ ਹੀ ਨਾ, ਤੁਸੀਂ ਕਹੋ ਮੈਂ ਆ ਫਲਾਨਾ ਪੈਕੇਜ ਲਿੱਤਾ, ਮੈਂ ਤਾਂ ਮਤਲਬ ਹੁਣ 3 ਦਿਨ 4 ਦਿਨ ਵਾਸਤੇ, ਮੈਨੂੰ ਤੁਸੀਂ ਜੋ ਵੀ ਉਹ ਕਹਿਣਗੇ ਮੱਡ ਬਾਥ ਸਟ੍ਰੀਮ ਬਾਥ ਉਹਨਾਂ ਦਾ ਸੀਕੁਐਂਸ ਆ, ਤੁਸੀਂ ਉਹ ਕਰਵਾ ਲਓ। ਵੈਲਨੈਸ ਆ ਨਾ, ਵੈਲਨੈਸ ਸੈਗਮੈਂਟ, ਇਹਨੂੰ ਵੈਲਨੈਸ ਕਹਿੰਦੇ ਨੇ। ਤੇ ਇਹ ਪੁਆਇੰਟ ਨੰਬਰ 9 ਹੈ, ਇਹ ਕਹਿੰਦਾ ਹੈ ਸਾਈਮਲਟੇਨੀਅਸ ਟਰੀਟਮੈਂਟ ਆਫ ਬੋਡੀ ਮਾਈਂਡ ਐਂਡ ਸੋਲ, ਕਿ ਇੱਕੋ ਟਾਈਮ ਤੇ ਆਪਾਂ ਇਲਾਜ ਕਰਨਾ ਹੈ ਆਪਣੀ ਬੋਡੀ ਦਾ ਤੇ ਆਪਣੇ ਮਾਈਂਡ ਦਾ, ਦਿਮਾਗ ਦਾ, ਤੇ ਆਪਣੇ ਸੋਲ ਦਾ, ਤੇ ਆਪਣੀ ਆਤਮਾ ਦਾ, ਤੇ ਇਹ ਤਿੰਨਾਂ ਦਾ ਇਲਾਜ ਇੱਕੋ ਟਾਈਮ ਤੇ ਕਰਨਾ ਹੈ ਨਾ। ਤੇ ਇਹਦਾ ਮਤਲਬ ਇਹ ਉਹੀ ਸੇਮ ਚੀਜ਼, ਥੋੜੀ ਰੈਪੀਟੀਸ਼ਨ ਹੈ ਵੀ ਆਪਾਂ ਨੂੰ ਅਲੱਗ-ਅਲੱਗ ਕੈਟੇਗਰੀਜ਼ 'ਚ ਵੰਡ ਕੇ ਨਹੀਂ ਕੰਮ ਕਰਨਾ, ਆਪਾਂ ਇਹਨੂੰ ਹੋਲਿਸਟਿਕਲੀ ਇੱਕ ਚੀਜ਼ ਮੰਨ ਕੇ, ਇੱਕ ਬੰਦੇ ਨੂੰ ਐਜ਼ ਅ ਹੋਲ ਸਮਝ ਕੇ ਉਹਦਾ ਓਵਰਆਲ ਇਲਾਜ ਕਰਨਾ ਆਪਾਂ ਹਰੇਕ ਲੈਵਲ ਤੇ। ਆ ਵੀ ਜਿਹੜਾ ਸਾਡਾ ਕੋਰਸ ਵੀ ਹੈਗਾ ਨਾ ਗਾਂਧੀ ਸਮਾਰਕ ਦੇ ਵਿੱਚ, ਉਹਨੂੰ ਵੀ ਨੈਚੁਰੋਪੈਥੀ ਐਂਡ ਯੋਗਾ ਜੋੜਦੇ ਨੇ। ਮਤਲਬ ਉਹ 3 ਇਅਰਸ ਦਾ, 1 ਸਾਲ ਤਾਂ ਉਹਦੇ ਯੋਗਾ ਹੀ ਆ, 2 ਸਾਲ ਨੈਚੁਰੋਪੈਥੀ ਸਿਖਾਉਂਦੇ ਨੇ। ਮਤਲਬ ਇੱਕ ਪਹਿਲੇ ਸਾਲ ਤਾਂ ਤੁਹਾਨੂੰ ਪ੍ਰਿੰਸੀਪਲਸ ਵਗੈਰਾ ਸਮਝਾਣਗੇ, ਇਹਦੀ ਫਿਲਾਸਫੀ ਸਮਝਾਣਗੇ, ਹਿਸਟਰੀ ਸਮਝਾਣਗੇ, ਪਹਿਲੇ ਸਾਲ ਅਨਾਟਮੀ ਆ, ਹਨਾ। ਸੈਕਿੰਡ ਈਅਰ ਤੁਹਾਨੂੰ ਟ੍ਰੀਟਮੈਂਟਸ ਨੇ, ਇਹਦੀ ਟ੍ਰੀਟਮੈਂਟਸ ਨੇ, ਮੱਡ ਬਾਥ, ਸਟੀਮ ਬਾਥ, ਇਹ ਸਾਰਾ ਕੁਝ ਸੈਕਿੰਡ ਈਅਰ ਦੇ ਵਿੱਚ ਆ ਜਾਂਦਾ। ਥਰਡ ਈਅਰ ਦੇ ਵਿੱਚ ਯੋਗਾ। ਨਹੀਂ, ਮੈਨੂੰ ਇੱਕ ਚੀਜ਼ ਦੱਸ, ਯੋਗਾ ਤਾਂ ਇੰਡੀਅਨ ਸਾਇੰਸ ਹੈ, ਤੂੰ ਕਹਿੰਦਾ ਕਿ ਜਿਹੜੀ ਨੈਚੁਰੋਪੈਥੀ ਹੈ ਇਹ ਯੂਰੋਪੀਅਨ ਹੈ, ਤੇ ਉਹਨਾਂ ਨੇ ਯੋਗਾ ਪਿਕ ਕੀਤਾ ਹੋਇਆ ਨਾਲ ਕਿ ਕੰਬਾਈਨ ਕੀਤਾ ਇੰਡੀਆ ਦੇ ਵਿੱਚ ਹੀ? ਨਹੀਂ, ਮੈਂ ਉਹੀ ਕਹਿ ਰਿਹਾ ਨਾ, ਨੈਚੁਰੋਪੈਥੀ ਇੱਕ ਅਲੱਗ ਪਾਰਟ ਆ, ਯੋਗਾ ਉਹਦੇ ਨਾਲ ਜੋੜਤਾ ਇਹਨਾਂ ਨੇ, ਗਾਂਧੀ ਸਮਾਰਕ ਨੇ ਪੂਰੇ। ਅੱਛਾ, ਓਕੇ। ਹਾਂ, ਤਾਂ ਮੇਬੀ ਉਹਨਾਂ ਦੇ ਉੱਥੇ ਜਿਵੇਂ ਉਹਨਾਂ ਦੀ ਮੈਡੀਟੇਸ਼ਨ ਹੋਊਗੀ ਜਾਂ ਕੁਝ ਵੀ, ਮਤਲਬ ਬੇਸਿਕਲੀ ਕਹਿਣ ਦਾ ਮਕਸਦ ਹੈ, ਤੁਸੀਂ ਵਾਕ ਕਰਨ ਜਾਣਦੇ ਹੋ, ਤੁਸੀਂ ਬਾਹਰ, ਤੁਸੀਂ ਇਹ ਚੀਜ਼ਾਂ ਇਗਨੋਰ ਨਹੀਂ ਕਰ ਸਕਦੇ, ਠੀਕ ਆ। ਤੁਸੀਂ ਆਪਣੇ ਚਾਹੇ ਜਿਮ ਜਾ ਰਹੇ ਹੋ, ਉਹ ਵੀ ਇੱਕ ਹੈਲਥ, ਮਤਲਬ ਤੁਸੀਂ ਫਿਜ਼ੀਕਲ, ਮੈਂਟਲ, ਸਪਿਰਿਚੁਅਲ ਤਿੰਨੋਂ ਤੇ ਕੰਮ ਕਰੋਗੇ ਇਕੱਠਾ। ਤੇ ਤੁਸੀਂ ਸਿੰਗਲ, ਤੁਸੀਂ ਮਤਲਬ ਮੋਟੀ ਗੱਲ ਇਹ ਹੈ ਕਿ ਭਾਈ ਤੁਹਾਨੂੰ ਆਪਣਾ ਇੱਕ ਪੂਰਾ ਵੱਡੇ ਲੈਵਲ ਤੇ ਇੱਕ ਚੇਂਜ ਲੈ ਕੇ ਆਉਣਾ ਪੈਣਾ। ਤੁਸੀਂ ਇਹ ਨਹੀਂ ਕਹਿ ਸਕਦੇ ਜਿਵੇਂ ਤੁਸੀਂ ਐਲੋਪੈਥਿਕ ਡਾਕਟਰ ਨੂੰ ਟ੍ਰੀਟ ਕਰ ਰਹੇ ਹੋ, ਤੁਸੀਂ ਨੈਚੁਰੋਪੈਥਿਕ ਡਾਕਟਰ ਨੂੰ ਉਵੇਂ ਟ੍ਰੀਟ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਭਾਈ ਮੈਂ ਆਪਣੀ ਬਸ ਨਿਕਲਾਂ, ਮੈਂ ਉਹਨੂੰ ਮਿਲ ਕੇ ਆਪਣੀ ਵਿਜ਼ਿਟ ਲਵਾਂ ਤੇ 2 ਪੂੜੀਆਂ ਲਵਾਂ ਤੇ ਨਿਕਲ ਆਵਾਂ, ਜਾਂ ਗੋਲੀ ਲਵਾਂ ਨਿਕਲ ਆਵਾਂ, ਠੀਕ ਹੈ ਨਾ, ਮੇਰੀ ਬਾਕੀ ਜ਼ਿੰਦਗੀ ਉਵੇਂ ਚੱਲੀ ਜਾ ਰਹੀ ਆ। ਤਾਂ ਉਹ ਟਾਈਮ ਵੇਸਟਿੰਗ ਹੀ ਆ। ਤੁਸੀਂ ਜਾ ਕੇ ਨਿੰਦੋਗੇ ਕੱਲ ਨੂੰ ਡਾਕਟਰਾਂ ਨੂੰ, ਕਿਉਂਕਿ ਤੁਸੀਂ ਪ੍ਰੀਪੇਅਰਡ ਨਹੀਂ ਹੈਗੇ ਉਸ ਚੀਜ਼ਾਂ ਵਾਸਤੇ। ਮਾਈਂਡਸੈਟ ਬਣਾ ਕੇ ਜਾਣਾ ਪੈਂਦਾ, ਮਤਲਬ ਇੱਕ ਮਾਈਂਡਸੈਟ 'ਚ ਤੁਹਾਨੂੰ ਆਉਣਾ ਪੈਂਦਾ, ਫਿਰ ਜਾ ਕੇ ਤੁਸੀਂ ਜੇ ਇਹ ਸਾਇੰਸ ਨੂੰ ਅਪਣਾਉਂਦੇ ਹੋ ਫਿਰ ਤੁਹਾਡੇ ਲਈ ਫਾਇਦੇਮੰਦ ਹੋਏਗੀ ਇਹ। ਓਕੇ ਜ਼ਿਆਦਾ ਫਾਇਦੇਮੰਦ ਹੋ। ਓਕੇ ਜੀ, ਇਹਦੇ ਨਾਲ ਹੀ ਆਪਾਂ ਪਹੁੰਚਦੇ ਹਾਂ ਜੀ 10th ਪ੍ਰਿੰਸੀਪਲ ਤੇ, ਆਖਰੀ ਪ੍ਰਿੰਸੀਪਲ। ਇਹ ਕਹਿੰਦਾ ਨੋ ਮੈਡੀਸਨ ਸ਼ੁੱਡ ਬੀ ਗਿਵਨ ਟੂ ਦੀ ਪੇਸ਼ੈਂਟ ਡਿਊਰਿੰਗ ਨੇਚਰ ਕੇਅਰ ਟਰੀਟਮੈਂਟ, ਕਿ ਜਦੋਂ ਨੈਚੁਰਲ ਤਰੀਕੇ ਨਾਲ ਉਹਦੀ ਟਰੀਟਮੈਂਟ ਹੋ ਰਹੀ ਹੈ, ਉਹਦਾ ਇਲਾਜ ਹੋ ਰਿਹਾ ਕਿਸੇ ਪੇਸ਼ੈਂਟ ਦਾ, ਕਿਸੇ ਮਰੀਜ਼ ਦਾ, ਤਾਂ ਉਸ ਟਾਈਮ 'ਤੇ ਉਹਨੂੰ ਕੋਈ ਵੀ ਹੋਰ ਦਵਾਈ ਨਹੀਂ ਦਿੱਤੀ ਜਾਣੀ ਚਾਹੀਦੀ। ਮਤਲਬ ਇਹਦਾ ਮਤਲਬ ਇਹ ਹੋਇਆ ਕਿ ਨੈਚੁਰੋਪੈਥੀ ਜਿਹੜੀ ਹੈਗੀ ਹੈ ਐਲੋਪੈਥੀ ਜਾਂ ਹੋਮਿਓਪੈਥੀ ਨਾਲ ਕੰਬਾਈਨਡ ਨਹੀਂ ਹੋ ਸਕਦੀ ਹੈਗੀ। ਹਾਂ, ਜੋ ਨੈਚੁਰੋਪੈਥੀ ਦਾ ਆਪਣਾ ਪ੍ਰਿੰਸੀਪਲ ਇਹ ਹੈਗਾ ਕਿ ਨੈਚੁਰੋਪੈਥੀ ਦੇ ਵਿੱਚ ਦਵਾਈ ਯੂਜ਼ ਨਹੀਂ ਕੀਤੀ ਜਾ ਸਕਦੀ।
ਅੱਛਾ ਮਤਲਬ ਤੁਸੀਂ ਕਿਸੇ ਵੀ ਤਰੀਕੇ ਦੀ ਮੈਡੀਸਨ ਇਹਦੇ ਚ ਅਲਾਉਡ ਨਹੀਂ ਹੈਗੀ। ਅਗਰ ਤੁਸੀਂ ਆਯੁਰਵੈਦਿਕ ਮੈਡੀਸਨ ਵੀ ਬਿਲਕੁਲ ਅਲਾਉਡ ਨਹੀਂ ਹੈਗੀ ਇਹਦੇ ਚ, ਨੈਚੁਰੋਪੈਥੀ ਦਾ ਪਾਰਟ ਨਹੀਂ ਹੈਗਾ ਉਹ। ਅੱਛਾ 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 ਅੱਛਾ। ਤਾਂ ਨੈਚੁਰੋਪੈਥੀ, ਜਦੋਂ ਨੈਚੁਰੋਪੈਥ ਕੋਲ ਤੁਸੀਂ ਬੈਠੋਗੇ, ਉਹ ਕੋਈ ਵੀ ਟਾਈਪ ਦੀ ਤੁਹਾਨੂੰ ਐ ਨਹੀਂ ਕਹਿ ਸਕਦਾ ਕਿ ਜੀ ਤੁਸੀਂ ਆ ਫਲਾਨੀ ਗੋਲੀ ਖਾ ਲਓ ਜਾਂ ਫਲਾਨੀ ਤੁਸੀਂ ਆ ਪੂੜੀ, ਤੁਹਾਨੂੰ ਕੋਈ ਪੂੜੀ ਨਹੀਂ ਬਣਾ ਕੇ ਦੇ ਸਕਦਾ। ਪੂੜੀ ਬਣਾ ਕੇ ਦੇਤੀ ਜੇ ਕਿਸੇ ਬੰਦੇ ਨੇ, ਹਨਾ, ਜਿਹੜੀ ਤੁਸੀਂ ਰੂਟੀਨ ਚ ਨਹੀਂ ਜੋ ਤੁਸੀਂ ਕਰ ਰਹੇ, ਉਹ ਇਹ ਆਊਟ ਆਫ ਰੂਟੀਨ ਤੁਹਾਨੂੰ ਲੈ ਕੇ ਨਹੀਂ ਜਾ ਸਕਦਾ। ਨਹੀਂ ਤੇ ਇਹਦਾ ਪ੍ਰਿੰਸੀਪਲ ਲੈਟ ਫੂਡ ਬੀ ਦਾ ਮੈਡੀਸਨ। ਅੱਛਾ, ਤੇ ਇਹ ਮਤਲਬ ਨੈਚੁਰੋਪੈਥੀ ਬੇਸਿਕਲੀ ਤੁਹਾਡਾ ਫੂਡ ਦੇ ਥਰੂ ਰਿਜ਼ੋਲਵ ਕਰਦੀ ਹੈ ਤੁਹਾਡੀ ਬਿਮਾਰੀਆਂ ਨੂੰ, ਹੈ ਕੱਲੇ ਫੂਡ ਦੇ ਥਰੂ ਕਿ ਫੂਡ ਪਲੱਸ ਲਾਈਫ ਸਟਾਈਲ ਪਲੱਸ ਬਾਕੀ ਦੀ ਚੀਜ਼ਾਂ ਵੀ ਓਵਰਆਲ? ਓਕੇ 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 ਓਕੇ। ਫੂਡ ਪਲੱਸ ਲਾਈਫ ਸਟਾਈਲ ਹੈ। ਇਹਦੇ ਚ ਤੁਹਾਨੂੰ ਕੋਈ ਵੀ ਇਸ ਟਾਈਪ ਦਾ ਨਾ ਨੁਕਤਾ ਨਹੀਂ ਦਿਆ ਜਾ ਸਕਦਾ ਕਿ ਪੂੜੀ ਨਹੀਂ ਦਿੱਤੀ ਜਾ ਸਕਦੀ, ਗੋਲੀ ਨਹੀਂ ਦਿੱਤੀ ਜਾ ਸਕਦੀ, ਤੇ ਤੁਹਾਨੂੰ ਸਿਰਫ ਫੂਡ ਚਾਰਟਸ, ਤੁਹਾਡੇ ਫੂਡ ਚਾਰਟਸ ਬਣਨਗੇ। ਹੁਣ ਕੀ ਹੋਇਆ ਨਾ, ਪਿੱਛੇ ਹਾਈਬ੍ਰਿਡ ਮਾਡਲ ਜੇ ਆ ਗਏ ਨੇ ਹਸਪੀਟਲਸ ਵਗੈਰਾ ਨੇ, ਕਿਉਂਕਿ ਤਾਈਓ ਮੈਨੂੰ ਲੱਗ ਰਿਹਾ ਕਿ ਉਹ ਹਾਈਬ੍ਰਿਡ ਮਾਡਲ ਵੀ ਤਾਂ ਆ ਰਿਹਾ ਕਿ ਹਰ ਕਿਸੇ ਨੂੰ ਸਮਝ ਆ ਰਿਹਾ, ਡਾਕਟਰਸ ਨੂੰ ਵੀ ਸਮਝ ਆ ਰਿਹਾ ਕਿ ਯਾਰ ਐਂ ਤਾਂ ਗਾਹਕ ਨੇ, ਮਤਲਬ ਸਾਡੇ ਕੋਲ ਪੇਸ਼ੈਂਟਸ ਨੇ ਆਣਾ ਹੀ ਨਹੀਂ, ਤਾਂ ਉਹ ਇੱਕ ਮਿਡਲ ਜਾ ਵੇ ਕੱਢੀ ਜਾ ਰਹੇ ਨੇ। ਉਹ ਨੈਚੁਰੋਪੈਥੀ ਵੀ ਯੂਜ਼ ਕਰ ਰਹੇ ਨੇ, ਐਲੋਪੈਥੀ ਵੀ ਯੂਜ਼ ਕਰ ਰਹੇ ਨੇ, ਹੋਮੋਪੈਥੀ ਵੀ ਯੂਜ਼ ਕਰ ਰਹੇ ਨੇ, ਹੋਲਿਸਟਿਕ ਦੇ ਵਿੱਚ ਸਾਰਾ ਕੁਝ ਮਿਕਸ ਕਰੀ ਜਾ ਰਹੇ ਨੇ। ਤੇ ਮੈਨੂੰ ਇਹ ਲੱਗ ਰਿਹਾ ਕਿ ਠੀਕ ਹੈ, ਇੱਕ ਹਾਈਬ੍ਰਿਡ ਹੋ ਸਕਦਾ, ਥੋੜਾ ਟਾਈਮ ਉਹ ਚੱਲ ਸਕਦਾ, ਪਰ ਅਨਲੈਸ ਅੰਟਿਲ ਤੁਸੀਂ ਇਹਨੂੰ ਹਾਰਡਕੋਰ ਪ੍ਰਿੰਸੀਪਲਸ ਨਹੀਂ ਸਮਝੋਗੇ ਤੇ ਤੁਸੀਂ ਉਦੋਂ ਤੱਕ ਤੁਹਾਨੂੰ ਕੋਈ ਵਧੀਆ, ਬਹੁਤ ਜ਼ਿਆਦਾ ਜ਼ਬਰਦਸਤ ਰਿਜ਼ਲਟਸ ਨਹੀਂ ਆਣਗੇ। ਜ਼ਬਰਦਸਤ ਰਿਜ਼ਲਟਸ ਤਾਈਓ ਆਣਗੇ ਜੇ ਤੁਸੀਂ ਪ੍ਰਿੰਸੀਪਲਸ ਨੂੰ ਸਮਝੋਗੇ। ਤੇ ਫਿਰ ਮੈਨੂੰ ਲੱਗਦਾ ਜੇ ਤੁਸੀਂ ਪ੍ਰਿੰਸੀਪਲਸ ਨੂੰ ਸਮਝ ਲੈਂਦੇ ਹੋ, ਤੁਹਾਨੂੰ ਕੋਈ ਜ਼ਿਆਦਾ ਡਾਕਟਰਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ। ਰਾਈਟ ਇਹਨੂੰ ਜ਼ਿੰਦਗੀ 'ਚ ਢਾਲ ਲੈਂਦੇ ਹੋ ਇੱਕ ਤਰੀਕੇ ਦੀ। ਨਹੀਂ, ਜਿਹੜੇ ਨਿਊਟ੍ਰੀਸ਼ਨਿਸਟ ਹੁੰਦੇ ਨੇ ਜਿਹੜੇ ਕਿ ਤੁਹਾਡਾ ਫੂਡ ਚਾਰਟ ਵਗੈਰਾ ਬਣਾਉਂਦੇ ਨੇ ਤੇ ਉਹਦੇ ਥਰੂ ਤੁਹਾਡਾ ਵੇਟ ਲੂਜ਼ ਕਰਾਉਂਦੇ ਨੇ ਜਾਂ ਤੁਹਾਡਾ ਇੱਦਾਂ ਦਾ ਕੰਮ, ਕੋਈ ਵੀ ਬਿਮਾਰੀ ਕਰਾਉਂਦੇ ਨੇ, ਉਹ ਤੇ ਨੈਚੁਰੋਪੈਥ ਆਲਮੋਸਟ ਸੇਮ ਚੀਜ਼ ਹੀ ਹੁੰਦੇ ਨੇ। ਹਾਂ, ਨਹੀਂ, ਉਹਨਾਂ ਦਾ ਜਿਹੜਾ ਨੈਚੁਰੋਪੈਥੀ ਦਾ ਪ੍ਰਿੰਸੀਪਲਸ ਵਾਲਾ ਸਾਈਡ ਹੈਗਾ ਕਿ ਹਾਂ ਫੂਡ ਬਾਈ ਫੂਡ ਚਾਰਟਸ ਵਗੈਰਾ ਤੁਹਾਨੂੰ ਕਰਤਾ ਸਾਰਾ ਕੁਝ, ਪਰ ਉਹਨਾਂ ਦਾ ਜਿਹੜੀ ਟ੍ਰੀਟਮੈਂਟਸ ਵਾਲਾ ਸਾਈਡ ਨਹੀਂ ਉਹਨਾਂ ਨੇ ਕੀਤਾ ਹੁੰਦਾ, ਜਿਵੇਂ ਮੱਡ ਬਾਥ, ਮਸਾਜਿਸ, ਠੀਕ ਆ, ਜਿਵੇਂ ਸਟੀਮ ਬਾਥ ਆ, ਠੀਕ ਆ, ਇਹ ਜਿਹੜਾ ਪਾਰਟ ਆ, ਜਿਹੜਾ ਦੂਸਰਾ ਸਾਈਡ ਪਾਰਟ ਆ, ਕੋਲਡ ਬਾਥ, ਹੌਟ ਬਾਥ, ਬੜਾ ਕੁਛ ਹੈ ਇਹਦੇ ਚ ਟ੍ਰੀਟਮੈਂਟਸ ਵੀ, ਤੇ ਉਹ ਸਾਈਡ ਉਹਨਾਂ ਨੇ ਨਹੀਂ ਕੀਤਾ ਹੁੰਦਾ। ਉਹ ਸਿਰਫ ਨਿਊਟ੍ਰਿਸਟ ਨਾਰਮਲੀ ਉਹ ਕਰ ਰਹੇ ਨੇ, ਐਲੋਪੈਥਿਕ ਡਾਕਟਰ ਕਰ ਰਹੇ ਨੇ। ਉਹਦੇ ਵਿੱਚ ਇੱਕ ਮਤਲਬ ਉਹਨਾਂ ਨੂੰ ਥੋੜਾ ਬਹੁਤ ਖਾਣ ਪੀਣ ਦਾ ਵੀ ਉਹ ਪਰਹੇਜ਼ ਵਗੈਰਾ ਲਿਖਦੇ ਨੇ, ਤਾਂ ਉਹ ਉਸ ਟਾਈਪ ਨਾਲ ਪਰਹੇਜ਼ ਲਿਖ ਦਿੰਦੇ ਨੇ ਜਾਂ ਉਹ ਚੀਜ਼ਾਂ ਕਰ ਲੈਂਦੇ ਨੇ। ਓਕੇ ਓਕੇ, ਹਾਂ, ਉਹ ਥੋੜਾ ਡਿਫਰੈਂਟ ਆ, ਨੈਚੁਰੋਪੈਥੀ ਵਾਲੇ ਡਿਫਰੈਂਟ ਨੇ ਥੋੜੇ ਜਿਹੇ ਉਸ ਐਂਗਲ ਤੋਂ। ਠੀਕ ਹੈ ਠੀਕ ਹੈ ਠੀਕ ਹੈ। ਤੇ ਇਹਦੇ ਨਾਲ ਹੀ ਆਪਣਾ ਹੁਣ ਇਹ ਖਤਮ ਹੁੰਦੇ ਨੇ ਜਿਹੜੇ 10 ਪ੍ਰਿੰਸੀਪਲਸ ਨੇ ਇਹ ਨੈਚੁਰੋਪੈਥੀ ਦੇ। ਤੇ ਮੈਨੂੰ ਬਹੁਤ ਹਟ ਕੇ ਨਹੀਂ ਲੱਗਿਆ, ਕਿਉਂਕਿ ਆਪਾਂ ਵੈਸੇ ਹੀ ਇਹਦੇ ਬਾਰੇ ਬਹੁਤ ਗੱਲ ਕਰਦੇ ਰਹਿੰਦੇ ਆਪਣੀ ਪੋਡਕਾਸਟ ਦੇ ਵਿੱਚ। ਆਪਾਂ ਆਪਣਾ ਬੇਸਿਕਲੀ ਜਿਹੜਾ ਨਜ਼ਰੀਆ ਉਹ ਝਲਕਦਾ ਇੱਥੋਂ ਹੀ ਆ ਕਿ ਆਪਾਂ ਇਸ ਚੀਜ਼ ਨੂੰ ਫੋਲੋ ਕਰਦੇ ਹਾਂ ਕਿਤੇ ਨਾ ਕਿਤੇ, ਹੈ ਨਾ। ਮਤਲਬ ਅਸੀਂ ਤਾਂ ਫਿਰ ਥੋੜ੍ਹਾ ਘੱਟ ਫੋਲੋ ਕਰਦੇ ਹਾਂ, ਤੂੰ ਤਾਂ ਬਿਲਕੁਲ ਹੀ ਫੋਲੋ ਕਰਦਾ, ਮੈਨੂੰ ਲੱਗਦਾ 100% ਹੀ ਤੂੰ ਫੋਲੋ ਕਰਦਾ ਹੈ। ਬਟ ਅਸੀਂ ਵੀ ਲਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾਲ ਨਾਲ ਕਿ ਨੈਚੁਰਲ ਤਰੀਕੇ ਨਾਲ ਕੁਛ ਨਾ ਕੁਛ ਛੋਟਾ ਛੋਟਾ ਬਦਲਾਵ ਲੈ ਕੇ ਆ ਸਕੇ ਆਪਣੀ ਲਾਈਫ ਸਟਾਈਲ ਦੇ ਵਿੱਚ, ਹੈ ਨਾ। ਅਤੇ 100% ਤਾਂ ਨਹੀਂ ਹੋ ਸਕਦਾ ਜਿੰਨੀ ਦੇਰ ਤੁਸੀਂ ਕਾਰਪੋਰੇਟ ਸੈਕਟਰ 'ਚ ਕੰਮ ਕਰਦੇ ਹੋ ਜਾਂ ਕੈਨੇਡਾ ਵਰਗੇ ਦੇਸ਼ 'ਚ ਰਹਿੰਦੇ ਹੋ, ਜਿੱਥੇ ਕਿ ਵੈਦਰ ਦੀ ਮਾਰ ਵੀ ਹੈ, ਜਿਹੜਾ ਕਿ ਨੈਚੁਰਲ ਨਹੀਂ ਹੈਗਾ ਇੱਕ ਹਿਊਮਨ ਨੂੰ ਰਹਿਣ ਵਾਸਤੇ। ਅਤੇ ਕਿਤੇ ਨਾ ਕਿਤੇ ਤੁਹਾਨੂੰ ਥੋੜ੍ਹੇ ਨਕਲੀ ਜਿਹੇ ਤਰੀਕੇ ਅਪਣਾਉਣੇ ਪੈਂਦੇ ਹੁੰਦੇ ਨੇ। ਪਰ ਇੰਡੀਆ ਤਾਂ ਇੱਕ ਬਹੁਤ ਵਧੀਆ ਜਗ੍ਹਾ ਹੈ ਜਿੱਥੇ ਆਪਾਂ ਕਹਿ ਸਕਦੇ ਹਾਂ, ਕਿਉਂਕਿ ਉੱਥੇ ਮੌਸਮ ਵੀ ਝੇਲਣ ਜੋਗਾ ਹੈ ਨਾ। ਅਤੇ ਗਰਮੀਆਂ ਹੋਣ ਭਾਵਾਂ ਦੀ ਸਰਦੀਆਂ ਹੋਣ, ਖੁੱਲ੍ਹਾ ਮੌਸਮ ਹੈ ਉੱਥੇ, ਅਬੰਡੈਂਸ ਆਫ ਸਨਲਾਈਟ ਹੈ। ਅਤੇ ਬਾਕੀ ਆਪਣੇ ਕਲਚਰ ਦੇ ਵਿੱਚ ਯੋਗਾ ਵਗੈਰਾ ਬਹੁਤ ਪ੍ਰੋਮੀਨੈਂਟ ਹੈ। ਆਪਣੇ ਜਿਹੜੇ ਕਲਚਰ 'ਚ ਆਲਰੇਡੀ ਲਿਖੀਆਂ ਹੋਈਆਂ ਨੇ ਜੋ ਇਲਾਜ ਲਿਖੇ ਹੋਏ ਨੇ, ਉਹ ਇਹਦੇ ਨਾਲ ਮੈਚ ਕਰਦੇ ਨੇ ਜੋ ਨੈਚੁਰੋਪੈਥੀ ਦੇ ਨਾਲ। ਅਤੇ ਉਹ ਯੂਜ਼ ਕਰਨਾ ਚਾਹੀਦਾ ਯਾਰ ਇੰਡੀਆ ਦੇ ਵਿੱਚ। ਤਾਂ ਮੈਂ ਕਹੂੰਗੀ ਹਰ ਕਿਸੇ ਨੂੰ, ਜੇ ਕੁਛ ਹੋਰ ਨਹੀਂ ਤਾਂ ਐਟਲੀਸਟ ਥੋੜ੍ਹਾ ਪੜ੍ਹੋ ਇਹਦੇ ਬਾਰੇ। ਕੋਈ ਛੋਟੇ ਕੋਰਸਿਸ ਵੀ ਹੁੰਦੇ ਹੋਣਗੇ ਉਹਦੇ, ਜਿਵੇਂ ਤੂੰ ਕਹਿੰਦਾ 3 ਸਾਲ ਦਾ ਕੋਰਸ ਕੀਤਾ, ਤੂੰ ਕੋਈ ਛੋਟੇ ਵੀ ਹੁੰਦੇ ਹੋਣਗੇ ਜਿਸ 'ਚ ਕਿ ਉਹ ਥੋੜ੍ਹਾ ਕੈਪਸੂਲ ਸਟੱਡੀ ਸਿੱਖ ਦਿੰਦੇ ਨੇ। ਬੁੱਕਸ ਪੜ੍ਹ ਲਓ ਤੁਸੀਂ, ਬੁੱਕਸ ਲਓ, ਇਹਦੀ ਬੁੱਕਸ ਬਹੁਤ ਅਵੇਲੇਬਲ ਨੇ। ਇਹਦੇ
ਇਹ ਕਿਤਾਬਾਂ ਆਪਣੇ ਆਪ ਪੜ੍ਹ ਲਓ, ਸੈਲਫ ਸਟੱਡੀ ਕਰੋ, ਯਾ ਠੀਕ ਆ, ਬੁੱਕਸ ਪੜ੍ਹ ਲਓ। ਤੇ ਇਹਨੇ ਮਹਾਤਮਾ ਗਾਂਧੀ ਨੇ ਬਹੁਤ ਯੂਜ਼ ਕੀਤੀ ਆਪਣੀ ਲਾਈਫ 'ਚ ਨੈਚੁਰੋਪੈਥੀ, ਅੱਛਾ, ਕਿਉਂਕਿ ਉਹ ਇੱਕ ਤਾਂ ਯੂਰਪ ਵਗੈਰਾ 'ਚ ਰਹੇ ਸੀਗੇ, ਸਾਊਥ ਅਫਰੀਕਾ 'ਚ ਰਹੇ ਸੀਗੇ, ਤਾਂ ਉਹਨਾਂ ਨੇ ਉੱਥੋਂ ਬੁੱਕਸ ਵਗੈਰਾ ਪੜ੍ਹੀਆਂ ਜੋ ਉਸ ਟਾਈਮ ਬਿਲਕੁਲ ਹਾਈਪ ਤੇ ਸੀਗੀ ਜਦੋਂ ਪੜ੍ਹ ਰਹੇ ਸੀਗੇ ਆਪਣੀ ਜ਼ਿੰਦਗੀ 'ਚ। ਤੇ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਇੰਡੀਆ ਦੇ ਵਿੱਚ ਆ ਕੇ ਇਹਨੂੰ ਪ੍ਰਮੋਟ ਕੀਤਾ ਬਹੁਤ ਦੱਬ ਕੇ। ਤਾਂ ਉਹਨਾਂ ਨੇ ਸਭ ਤੋਂ ਵੱਡਾ ਹਸਪੀਟਲ ਵੀ ਮੈਨੂੰ ਲੱਗਦਾ ਪੂਨੇ ਦੇ ਕੋਲੇ ਕਿਤੇ ਮਹਾਤਮਾ ਗਾਂਧੀ ਜੀ ਨੇ ਬਣਾਇਆ ਇਹਦਾ, ਨੈਚੁਰੋਪੈਥੀ ਦਾ। ਤੇ ਉਹਨਾਂ ਦਾ ਇਹ ਵਿਜ਼ਨ ਸੀਗਾ ਕਿ ਇਸ ਨੂੰ ਨੈਚੁਰੋਪੈਥੀ ਨੂੰ ਇੰਡੀਆ ਦੀ ਇੱਕ ਮੇਨ ਸਟ੍ਰੀਮ ਮੈਡੀਕਲ ਇੰਡਸਟਰੀ ਬਣਾਈਏ ਵੱਡੀ, ਮਤਲਬ ਸਾਰੇ ਲੋਕ ਨੈਚੁਰੋਪੈਥੀ 'ਚ ਇਲਾਜ ਕਰਨ, ਕਿਉਂਕਿ ਉਹਨਾਂ ਦਾ ਇੱਕ ਵਿਜ਼ਨ ਸੀਗਾ ਕਿ ਇੰਡੀਆ ਦੀ ਜੋ ਗਰੀਬੀ ਆ ਉਹਦੇ 'ਚ ਇਲਾਜ ਮਹਿੰਗਾ ਅਸੀਂ ਅਫੋਰਡ ਨਹੀਂ ਕਰ ਸਕਦੇ, ਤੇ ਆਲਰੇਡੀ ਸਾਡੇ ਇਹ ਸਿਸਟਮ ਸਾਡੇ ਇੰਡੀਆ 'ਚ ਬਲੈਂਡ ਬੜਾ ਅੱਛਾ ਕਰੂਗਾ, ਪਿੰਡਾਂ 'ਚ ਰੂਰਲ 'ਚ ਦੇਣਾ ਬੜਾ ਸੌਖਾ ਹੈ ਸਾਰਾ ਕੁਝ। ਤਾਂ ਉਹ ਜਦੋਂ ਉਹਨਾਂ ਦੀ ਵਿਜ਼ਨ 'ਚ ਇੱਕ ਸਭ ਤੋਂ ਸੀਗਾ ਕਿ ਤੁਹਾਡਾ ਐਕਸ਼ਨ ਨਾ ਪੂਰੈਸਟ ਆਫ ਪੂਅਰ ਨੂੰ ਬੈਨੀਫਿਟ ਦੇਵੇ, ਸਭ ਤੋਂ ਥੱਲੇ ਵਾਲਾ ਤਬਕਾ ਸਮਾਜ ਦਾ। ਤਾਂ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਮਤਲਬ ਤੁਸੀਂ ਇਹ ਦੇਖੋ ਨਾ ਕਿ ਮਹਾਤਮਾ ਗਾਂਧੀ ਨੇ 1900 ਸਮਥਿੰਗ ਦੇ ਸਟਾਰਟਿੰਗ ਦੇ ਵਿੱਚ ਹੀ ਇਹ ਚੀਜ਼ ਨੂੰ ਅਪਣਾਇਆ ਜ਼ਿੰਦਗੀ 'ਚ। ਤੇ ਬਹੁਤ ਲੋਕ ਕਹਿ ਰਹੇ ਨੇ, ਸਿਹਤਵੰਤ ਵਿਪਿਨ ਗੁਪਤਾ ਨੇ ਵੀ ਇਹ ਗੱਲ ਕਹੀ ਆ, ਕਹਿੰਦੇ ਜੇ ਮਹਾਤਮਾ ਗਾਂਧੀ ਨੂੰ ਨਾ ਮਾਰਿਆ ਜਾਂਦਾ ਨਾ, ਕਹਿੰਦੇ ਸਾਨੂੰ ਮਤਲਬ ਕਾਫੀ ਛੋਟੀ ਸੀ ਉਹ ਬੰਦਾ 100 ਕ੍ਰੋਸ ਕਰਦਾ, ਬਿਕੋਜ਼ ਜਿਵੇਂ ਉਹਦੀ ਹੈਲਥ ਸੀਗੀ, ਏਜ ਸੀਗੀ, ਤੇ ਉਹ ਜਿੰਨਾ ਵਾਕ ਕਰ ਪਾ ਰਿਹਾ ਸੀਗਾ। ਤਾਂ ਜਿਹੜਾ ਇੱਕ ਆਪਾਂ ਕਹਿ ਦਿੰਦੇ ਆ ਕਿ 올ਡ ਏਜ ਹਲਕਾ ਬੰਦਾ ਵਾਕਿੰਗ ਕਰਦਾ, ਕਹਿੰਦੇ ਇੱਕ ਬੈਸਟ ਸਾਈਨ ਆ ਹੈਲਥ ਦਾ। ਨਾਲੇ ਇੰਨਾ ਪੋਲੀਟੀਕਲੀ ਇਨਵੋਲਵਡ ਸੀ, ਨਾਲੇ ਮਤਲਬ ਸਟ੍ਰੈਸ ਵੀ ਬਹੁਤ ਹੁੰਦਾ ਹੋਊਗਾ ਉਹਨੂੰ, ਇੰਨਾ ਕੁਝ ਹੋ ਰਿਹਾ ਸੀ ਕੰਟਰੀ 'ਚ ਉਸ ਟਾਈਮ, ਤੇ ਲੀਡ ਕਰ ਰਿਹਾ, ਇੰਨੀ ਮੂਵਮੈਂਟਸ ਨੂੰ ਲੀਡ ਕਰ ਰਿਹਾ ਸੀ ਉਹ ਬੰਦਾ, ਤੇ ਉਹਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਮੈਨੇਜ, ਆਪਣੀ ਹੈਲਥ ਨੂੰ ਮੈਨੇਜ ਕਰ ਪਾ ਰਿਹਾ ਸੀਗਾ ਚੰਗੇ ਤਰੀਕੇ ਨਾਲ। ਹੈਲਥ ਨੂੰ ਮੈਨੇਜ ਕਰ ਰਿਹਾ, ਤੇ ਉਹ 'ਚ ਫਾਸਟਿੰਗ ਦਾ ਬੜਾ ਵੱਡਾ ਰੋਲ ਹੈ ਇਹਦੇ 'ਚ। ਨੈਚੁਰੋਪੈਥੀ 'ਚ ਫਾਸਟਿੰਗ ਬਹੁਤ, ਤੁਸੀਂ ਵੈਸੇ ਵੀ ਦੇਖੋ ਕੋਈ ਵੀ ਡੌਗ ਵਗੈਰਾ ਨੇ ਸਭ ਤੋਂ ਪਹਿਲਾਂ ਫਾਸਟਿੰਗ ਹੀ ਸਟਾਰਟ ਕਰਦੇ ਨੇ, ਜਿਵੇਂ ਹੀ ਮਾੜਾ ਜਿਹਾ ਹੋਇਆ ਨਾ ਸਭ ਤੋਂ ਪਹਿਲਾ ਸਟੈਪ ਫਾਸਟਿੰਗ ਸਟਾਰਟ ਕਰ ਦਿੰਦੇ ਨੇ, ਖਾਣਾ ਛੱਡ ਦਿੰਦੇ ਨੇ ਹਮੇਸ਼ਾ। ਤੇ ਉਹ ਤਾਈਓ ਮੈਨੂੰ ਤਾਂ ਉਹ ਤਾਈਓ ਇੰਨੇ ਫਾਸਟ ਕਰ ਲੈਂਦੇ ਸੀਗੇ, ਉਹ ਸੱਤਿਆਗ੍ਰਹਿ ਫਲਾਨਾ ਤੇ ਮਕਾਣਾ, ਕਿਉਂਕਿ ਉਹਨਾਂ ਦਾ ਇੱਕ ਲਾਈਫ ਦੀ ਹੈਬਿਟ ਸੀ, ਉਹਨਾਂ ਦਾ ਤਾਂ ਸਿਰਫ ਨਾਮ ਹੀ ਦੇਣਾ ਕਿ ਆਹ ਫਾਸਟਿੰਗ ਮੈਂ ਇਸ ਕਾਜ਼ ਵਾਸਤੇ ਦੇ ਰਿਹਾ। ਉਸ ਬੰਦੇ ਨੂੰ ਜੇ ਨਹੀਂ ਵੀ ਉਹਨੇ ਤਾਂ ਵੀ ਫਾਸਟ ਕਰ ਰਿਹਾ ਹੋਣਾ ਸੀ ਸ਼ਾਇਦ ਘਰੇ ਬੈਠ ਕੇ, ਜੇ ਨਾ ਵੀ ਕੋਈ ਕਾਜ਼ ਮਿਲਦਾ। ਤੇ ਇਹ ਜਿਹੜੀ ਚੀਜ਼ਾਂ ਨੇ ਫਾਸਟਿੰਗ ਕਰਨੀ, ਇਹ ਸਾਰੀ ਚੀਜ਼ਾਂ ਬੜਾ ਇਹ ਲਾਈਫ ਸਟਾਈਲ ਦੇ ਵਿੱਚ ਆ ਜਾਂਦੀਆਂ ਨੇ। ਤੇ ਮੈਨੂੰ ਇਹ ਲੱਗ ਰਿਹਾ ਕਿ ਜੇ ਤੁਸੀਂ ਆਪਾਂ ਕਹਿ ਦਿੰਦੇ ਆ ਜਿਵੇਂ ਹੁਣ ਤੁਸੀਂ ਕੀਤਾ ਕਿ ਕਾਰਪੋਰੇਟ ਕਲਚਰ ਆ ਫਲਾਨਾ ਤੇ ਮਕਾਣਾ ਨਾ ਮੁਸ਼ਕਿਲ ਆ, ਤੇ ਗਾਂਧੀ ਜੀ ਉਸ ਟਾਈਮ 'ਚ ਮਤਲਬ ਵੱਡੇ ਤੋਂ ਵੱਡੇ ਕਾਲਜਾਂ 'ਚ ਪੜ੍ਹੇ ਨੇ, ਹਨਾ, ਉਸ ਟਾਈਮ ਦੇ ਨਾਮ ਮੰਨੇ ਪਰਮੰਨੇ ਬੰਦਿਆਂ ਦੇ ਵਿੱਚ ਨਾਮ ਆ ਉਹਨਾਂ ਦਾ, ਵਰਲਡ ਲੈਵਲ ਤੇ ਆਪਾਂ ਟੌਪ ਬੰਦਿਆਂ ਦੇ ਵਿੱਚ ਕਹੀਏ। ਜੇ ਉਹ ਬੰਦਾ ਵਿਦ ਇੰਨੇ ਬਿਜ਼ੀ, ਇੰਨੇ ਪੜ੍ਹਾਈ ਲਿਖਾਈ ਦੇ ਵਿੱਚ, ਇੰਨੇ ਬਾਹਰਲੇ ਦੇਸ਼ਾਂ 'ਚ ਜਾ ਕੇ ਅੱਜ ਤੋਂ 100 ਸਾਲ ਪਹਿਲਾਂ ਇਹਨੂੰ ਜ਼ਿੰਦਗੀ 'ਚ ਧਾਰ ਸਕਿਆ, ਤਾਂ ਮੈਨੂੰ ਲੱਗ ਰਿਹਾ ਜੋ ਅੱਜ ਕਹਿ ਰਿਹਾ ਨਾ, ਫਿਰ ਮਤਲਬ ਉਸ ਨੂੰ ਸਮਝ ਹੀ ਨਹੀਂ ਆਇਆ ਉਹਨੇ ਕਰਨਾ ਨਾ। ਹਾਂ, ਉਹ ਉਸ ਟਾਈਮ ਤੇ ਇੰਨੀ ਮਾਰਕੀਟਿੰਗ ਡਰਿਵਨ ਲਾਈਫ ਨਹੀਂ ਸੀਗੀ ਨਾ। ਇੱਥੇ ਹੁਣ ਤਾਂ ਤੁਸੀਂ ਫੋਰ ਐਗਜ਼ਾਮਪਲ ਜੇ ਆਪਣੇ ਨੂੰ ਰੋਕਣਾ ਚਾਹੋ, ਤੁਹਾਡੇ ਤੇ ਇੰਨੀਆਂ ਜ਼ਿਆਦਾ ਮਾਰਕੀਟ ਐਡਵਰਟੀਜ਼ਮੈਂਟ, ਇੰਨੇ ਟਾਰਗੇਟ ਸਪੈਸੀਫਿਕ, ਤੁਹਾਡਾ ਦਿਮਾਗ ਬਹੁਤ ਸਟਰੋਂਗ ਹੋਣਾ ਚਾਹੀਦਾ ਉਹ ਚੀਜ਼ਾਂ ਨੂੰ ਅਪੋਜ਼ ਕਰਨ ਲਈ ਬੇਸਿਕਲੀ, ਰਾਈਟ? ਤੇ ਉਹ ਤਾਂ ਹੈਗਾ, ਮੈਂ ਤੁਹਾਡੀ ਗੱਲ ਸਮਝ ਰਿਹਾ, ਉਹ ਤਾਂ ਹੈਗਾ। ਪਰ ਅਗਰ ਤੁਸੀਂ ਕਿਸੇ ਨੂੰ ਵੀ ਸੁਣੋ ਨਾ, ਜਿਹੜੀ 1900 ਤੋਂ ਲੈ ਕੇ ਨਾ 1940 ਤੱਕ ਦੀ ਜਿਹੜੀ ਟਾਈਮ ਸੀਗਾ, 40 ਸਾਲ, ਇਹ 'ਚ 2 ਵਰਲਡ ਵਾਰਸ ਲੱਗੀਆਂ ਨੇ, 2 ਵਰਲਡ ਵਾਰ ਲੱਗੀਆਂ। ਤੇ ਕਹਿੰਦੇ ਮਤਲਬ ਜਿਹੜੇ ਲੋਕ ਅੱਜ ਕਹਿ ਰਹੇ ਨੇ, ਕਹਿੰਦੇ ਵੀ ਆਰ ਲਿਵਿੰਗ ਇਨ ਦਾ ਮੋਸਟ ਪੀਸਫੁਲ ਕਾਮ ਇਨਵਾਇਰਨਮੈਂਟ ਨਾਓ। ਮਤਲਬ ਤੁਸੀਂ ਇਹ ਲਾਓ 1940 ਦੇ ਵਿੱਚ ਇੰਨਾ ਮਤਲਬ ਵਰਲਡ ਵਾਰ ਦੇ ਵਿੱਚ ਇੰਨੀ ਮਾਰ ਕਾਟ, ਲੜਾਈ ਝਗੜਾ, ਪਤਾ ਨਹੀਂ ਕੀ ਕੁਛ ਹੋ ਰਿਹਾ ਹੋਊਗਾ ਲੋਕਾਂ ਦੇ ਵਿੱਚ, ਲੱਖਾਂ ਹੀ ਲੋਕ ਮਰ ਰਹੇ ਨੇ ਹੈ। ਉਸ ਟਾਈਮ ਤੋਂ ਜੇ ਅੱਜ ਦੇ ਟਾਈਮ ਨਾਲ ਕੰਪੇਅਰ ਕਰੋ, ਕਹਿੰਦੇ ਕੁਛ ਵੀ ਨਹੀਂ ਹੈਗਾ, ਤੁਸੀਂ ਤਾਂ ਬੜੀ ਐਸ਼ ਪ੍ਰਸਤੀ ਦੀ ਜ਼ਿੰਦਗੀਆਂ ਜਿਉ ਰਹੇ ਹੋ ਅੱਜ ਦੀ ਡੇਟ 'ਚ। ਤੇ ਮੈਨੂੰ ਤਾਈਓ ਲੱਗ ਰਿਹਾ ਕਿ ਮੈਨੂੰ ਉਲਟਾ ਲੱਗਦਾ ਕਿ ਐਕਸਟ੍ਰੀਮ ਜਦੋਂ ਆਉਂਦਾ ਨਾ, ਤਾਈਓ ਲੋਕ ਐਕਸਟ੍ਰੀਮ ਨਿਕਲਦੇ ਨੇ, ਐਕਸਟ੍ਰੀਮ ਚੋਂ ਐਕਸਟ੍ਰੀਮ ਨਿਕਲਦਾ। ਤਾਂ ਜਿਹੜਾ ਤੁਹਾਡਾ ਇਹ ਉਹੀ ਜਿਹੜਾ ਉਹ ਨਹੀਂ ਹੁੰਦਾ ਫਰੋਗ ਵਾਲਾ ਐਗਜ਼ਾਮਪਲ ਹੁੰਦਾ ਕਿ ਸਿਮ ਜੇ ਤੇ ਰੱਖ ਕੇ ਡੱਡੂ ਨੂੰ ਬੋਇਲ ਕਰ ਰਹੇ ਹੋ ਨਾ, ਹਲਕਾ ਹਲਕਾ ਬੋਇਲਿੰਗ ਪੁਆਇੰਟ ਤੇ ਪਹੁੰਚ ਜਾਂਦਾ, ਤਾਂ ਉਹ ਡੱਡੂ ਵੀ ਕੁਛ ਨਹੀਂ ਕਰਦਾ, ਉਹਨੂੰ ਪਹਿਲਾਂ ਤਾਂ ਮਜ਼ਾ ਜਾਈ ਜਾਂਦਾ, ਹੌਲੀ ਹੌਲੀ ਪਤਾ ਲੱਗਦਾ ਉਹ ਮੈਂ ਤਾਂ ਡੁੱਬ ਹੀ ਗਿਆ ਵਿੱਚ। ਤਾਂ ਪਿਛਲੇ 50-60 ਸਾਲਾਂ ਦੇ ਵਿੱਚ ਇਹ ਟੈਕਨੀਕ ਨੂੰ ਬੜਾ ਯੂਜ਼ ਕੀਤਾ ਗਿਆ, ਐਕਸਟ੍ਰੀਮਸ ਨਹੀਂ ਆਣ ਦਿੱਤੇ ਜਾ ਰਹੇ, ਤੇ ਐਕਸਟ੍ਰੀਮਸ ਨਾ ਆਣ ਦੇਣ ਕਰਕੇ ਤੁਸੀਂ ਸਿਮ ਤੇ ਹੌਲੀ ਹੌਲੀ ਉਹ ਕੜੀ ਜਾ ਰਹੇ ਆਰਟ ਡਿਵੈਲਪ ਹੋ ਚੁੱਕੀ ਆ, ਆਪਾਂ ਕੜੀ ਜਾ ਰਹੇ ਆ, ਕੜ ਕੇ ਮਰਦੇ ਪਏ ਆ। ਤਾਈਓ ਉਹ ਸਟ੍ਰੈਸ ਜਿਹੜਾ ਵਰਡ ਆ, ਸਟ੍ਰੈਸ, ਇਹ ਪਿਛਲੇ 50 ਸਾਲਾਂ 'ਚ ਡਿਵੈਲਪ ਹੋਇਆ। ਉਸ ਤੋਂ ਪਹਿਲਾਂ ਸਟ੍ਰੈਸ ਨਹੀਂ ਸੀ, ਉਸ
ਤੋਂ ਪਹਿਲਾਂ ਸਟ੍ਰੈਸ ਨਹੀਂ ਸੀਗਾ, ਜਿਆਦਾ ਪਟਾਕਾ ਪੈ ਜਾਂਦਾ ਸੀ ਬੰਦੇ ਦਾ, ਹਾਂ ਜਾਂ ਬੰਦਾ ਰਿਵੋਲਟ ਕਰ ਦਿੰਦਾ ਸੀ, ਬੰਦਾ ਚੇਂਜ ਹੋ ਜਾਂਦਾ ਸੀ। ਚਲੋ ਤੂੰ ਤੇ ਮੈਂ ਤਾਂ ਪੂਰੀ ਦੁਨੀਆ ਚੇਂਜ ਨਹੀਂ ਕਰ ਸਕਦੇ, ਆਪਾਂ ਸਿਰਫ ਗੱਲਾਂ ਹੀ ਮਾਰ ਸਕਦੇ ਹਾਂ, ਤੇ ਹੋ ਸਕੇ ਤਾਂ ਜਿੱਥੇ ਥੋੜੇ ਜਿਹੇ ਲੈਵਲ ਤੱਕ ਆਪਾਂ ਕੁਛ ਨਾ ਕੁਛ ਇੰਪਲੀਮੈਂਟ ਆਪਣੀ ਲਾਈਫ ਤੇ ਕਰ ਸਕਦੇ ਹਾਂ ਨਾ, ਦੂਜਿਆਂ ਤੇ ਜ਼ਬਰਦਸਤੀ ਕਰਾ ਨਹੀਂ ਸਕਦੇ ਆਪਾਂ। ਸੇ ਹੋਪਫੁਲੀ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਪਸੰਦ ਆਇਆ ਹੋਏਗਾ, ਤੇ ਕੁਛ ਉਹਨਾਂ ਨੂੰ ਇਹਦੇ 'ਚ ਵਧੀਆ ਚੀਜ਼ ਲੱਗੀ ਹੋਏਗੀ ਸਿੱਖਣ ਲਈ, ਤੇ ਹੋ ਸਕੇ ਤਾਂ ਜ਼ਰੂਰ ਇੰਪਲੀਮੈਂਟ ਕਰਨ ਉਹ ਵੀ ਆਪਣੀ ਇਹ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ, ਤੇ ਆਪਦੇ ਐਕਸਪੀਰੀਅੰਸ ਫਿਰ ਸਾਡੇ ਨਾਲ ਸ਼ੇਅਰ ਕਰਨ। ਇਹਦੇ ਬਾਰੇ ਹੋਰ ਪੜ੍ਹਿਓ, ਮੈਂ ਕਹਿ ਰਿਹਾ ਉਹਨਾਂ ਨੂੰ ਕਿ ਇਹਦੇ ਬਾਰੇ ਤੁਸੀਂ ਹੋਰ ਪੜ੍ਹਿਓ, ਤੁਸੀਂ ਆਪਣੇ ਲੈਵਲ ਤੇ ਰਿਸਰਚ ਕਰੋ, ਆਪਣੀ ਬੁੱਕਸ ਪੜ੍ਹੋ, ਤੇ ਹਾਂ ਤੇ ਲੇਟ ਨਾ ਜ਼ਿਆਦਾ ਕਰੋ। ਜੇ ਤੁਹਾਡੇ ਪਰਿਵਾਰ ਦੇ ਵਿੱਚ ਤੁਸੀਂ ਇਸ ਨੂੰ ਲਾਸਟ ਨੈਚੁਰੋਪੈਥ ਨੂੰ ਤੁਸੀਂ ਲਾਸਟ ਡਾਕਟਰ ਨਾ ਸਮਝੋ, ਨਾਰਮਲੀ ਇਹੀ ਹੋ ਰਿਹਾ, ਜਦੋਂ ਸਭ ਤੋਂ ਨਿਰਾਸ਼ ਹੋ ਗਏ ਤਾਂ ਉਦੋਂ ਨੈਚੁਰੋਪੈਥ ਕੋਲ ਪਹੁੰਚਦੇ ਆ, ਤੇ ਉਦੋਂ ਫਿਰ ਉਸ ਬੰਦੇ ਦੇ ਉੱਤੇ ਇੰਨਾ ਬਰਡਨ ਹੁੰਦਾ ਤਾਂ ਲੇਟ ਬਹੁਤ ਹੋ ਜਾਂਦੇ ਆਪਾਂ। ਤਾਂ ਤੁਸੀਂ ਸ਼ੁਰੂਆਤ ਨੈਚੁਰੋਪੈਥੀ ਤੋਂ ਕਰ ਲਿਆ ਕਰੋ, ਪਹਿਲਾਂ ਮਿਲੋ, ਉਹਦੇ ਨਾਲ ਗੱਲਬਾਤ ਸਮਝੋ, ਫਿਰ ਨਹੀਂ ਠੀਕ ਲੈ ਰਿਹਾ ਤਾਂ ਹੋਮਿਓਪੈਥੀ ਵਾਲੇ ਕੋਲ ਚਲੇ ਗਏ, ਆਯੁਰਵੇਦ ਕੋਲ ਚਲੇ ਗਏ। ਫਿਰ ਅਸੀਂ ਦੇਖੋ ਐਲੋਪੈਥੀ ਨੂੰ ਗਲਤ ਨਹੀਂ ਕਹਿੰਦੇ, ਐਕਸੀਡੈਂਟ ਹੋ ਗਿਆ ਤਾਂ ਤੁਸੀਂ ਨੈਚੁਰੋਪੈਥੀ ਕੋਲ ਥੋੜੀ ਜਾਵੋਗੇ ਐਕਸੀਡੈਂਟ ਦੇ ਪੇਸ਼ੈਂਟ ਨੂੰ ਲੈ ਕੇ, ਹੈ। ਜੇ ਕਿਸੇ ਬੰਦੇ ਨੂੰ ਤੁਸੀਂ ਮਤਲਬ ਤੁਹਾਨੂੰ ਆਪ ਦੇਖਣਾ ਚਾਹੀਦਾ ਕਿ ਕਿਹੜਾ ਟੂਲ ਮੈਂ ਤੁਹਾਨੂੰ ਅੱਜ ਤੁਸੀਂ ਇੱਕ ਤਰੀਕੇ ਨਾਲ ਫੋਰਚੂਨੇਟ ਹੋ, ਤੁਹਾਡੇ ਸਾਹਮਣੇ 4 ਟੂਲ ਪਏ ਨੇ ਅੱਜ ਦੀ ਡੇਟ, ਤੁਸੀਂ ਦੇਖਣਾ ਨਾ ਕਿ ਮੈਂ ਹੁਣ ਮੈਂ ਨੱਟ ਖੋਲਣਾ, ਤੁਸੀਂ ਕਹੀ ਨਾਲ ਨੱਟ ਖੋਲਣ ਲੱਗ ਜਾਂਦੇ ਹੋ, ਤੁਸੀਂ ਪੱਟ ਹੀ ਦਿੰਦੇ ਹੋ, ਨੱਟ ਹੀ ਨਹੀਂ ਖੋਲਦੇ। ਜੇ ਖੁੱਲ ਸਕਦਾ ਭਾਈ ਨੱਟ ਖੋਲ ਲਓ। ਥੋੜਾ ਧਿਆਨ ਨਾਲ ਦੇਖੋ, ਤੁਹਾਡੇ ਕੋਲ ਇੰਨੀ ਰਿਸਰਚ ਪਈਆਂ ਨੇ, ਇੰਨਾ ਪਿਛਲੇ ਟਾਈਮ 'ਚ ਲੋਕਾਂ ਨੇ ਕੰਮ ਕੀਤਾ, ਅੱਜ ਦੀ ਡੇਟ 'ਚ ਨੈਟ ਪਿਆ, ਬੁੱਕਸ ਪਈਆਂ ਨੇ, 50 ਤਰੀਕੇ ਦੇ ਤੁਹਾਡੇ ਕੋਲ ਮੀਡੀਅਮਸ ਨੇ, ਤੁਸੀਂ ਸੋਚੋ ਸਮਝੋ ਤੇ ਦੇਖੋ। ਇਹੀ ਕੌਨਸ਼ੀਅਸ ਲਿਵਿੰਗ ਆ, ਇਹੀ ਕੌਨਸ਼ੀਅਸ ਲਿਵਿੰਗ ਆ। ਤੇ ਜਿਹੜੀਆਂ ਲੇਡੀਜ਼ ਨੇ ਨਾ, ਉਹਨਾਂ ਨੂੰ ਵੀ ਮੈਂ ਸਪੈਸ਼ਲ ਰਿਕੁਐਸਟ ਕਰੂੰਗੀ ਇਨ ਅ ਸੈਂਸ ਕਿ ਆਪਾਂ ਇੰਨੇ ਪੈਸੇ ਖਰਚਦੇ ਹਾਂ, ਪਾਰਲਰਾਂ 'ਤੇ ਚਲੇ ਜਾਓ, ਫੇਸ ਮਸਾਜ ਕਰਾ ਲਓ, ਹੈ ਨਾ, ਜਾਂ ਕੁਛ ਨਾ ਕੁਛ ਉੱਥੇ ਆਪਾਂ ਸਪੈਂਡ ਕਰ ਦਿੰਦੇ ਇੰਨਾ ਸਾਰਾ ਪੈਸਾ, ਨਾਲ ਟਾਈਮ ਵੀ ਆਪਣਾ ਇਨਵੈਸਟ ਕਰਦੇ ਹਾਂ। ਉਹਦੀ ਜਗ੍ਹਾ 'ਤੇ ਇੱਦਾਂ ਦੀ ਚੀਜ਼, ਜਿਵੇਂ ਤੂੰ ਕਹਿੰਦਾ ਗਾਂਧੀ ਸਮਾਰਕ ਹੈ ਉੱਥੇ ਚੰਡੀਗੜ੍ਹ 'ਚ, ਉੱਥੇ ਜਾ ਕੇ ਦੂਜੀਆਂ ਮਸਾਜਿਸ ਕਰਾਓ, ਜਿਹਦੇ ਨਾਲ ਤੁਹਾਡੀ ਪੂਰੀ ਬੋਡੀ ਕਲੀਨਜ਼ ਹੋਵੇ, ਨਾਲੇ ਜਾ ਕੇ ਸਿੱਖੋ ਉੱਥੇ ਵੀ ਤੁਸੀਂ ਕਿਵੇਂ, ਅਤੇ ਪਲੱਸ ਜਿਹੜੀ ਲੇਡੀ ਹੁੰਦੀ ਹੈ ਨਾ, ਉਹ ਘਰ 'ਚ ਸਿਖਾ ਸਕਦੀ ਹੈ ਸਾਰਿਆਂ ਨੂੰ, ਆਪਣੇ ਬੱਚਿਆਂ ਨੂੰ, ਕਿਉਂਕਿ ਬੱਚੇ ਯੰਗ ਏਜ 'ਤੇ ਉਹਨਾਂ ਦਾ ਮਾਈਂਡ ਸੈਟ ਥੋੜ੍ਹਾ ਇਸ ਸਾਈਡ ਨੂੰ ਜਾਏਗਾ, ਤਾਂ ਓਬਵੀਅਸਲੀ ਉਹ ਆਪਣੀ ਲਾਈਫ 'ਚ ਜਲਦੀ ਇੰਪਲੀਮੈਂਟ ਕਰ ਸਕਣਗੇ ਇਹ ਚੀਜ਼ਾਂ ਨੂੰ। ਉਹਨਾਂ ਨੂੰ 40-50 ਸਾਲ ਤੱਕ ਵੇਟ ਕਰਨ ਦੀ ਲੋੜ ਨਹੀਂ ਹੈਗੀ, ਹੈ ਨਾ। ਤੇ ਦੂਸਰਾ, ਜਦੋਂ ਤੁਸੀਂ ਟੂਰਿਸਟ ਐਜ਼ ਅ ਟੂਰਿਸਟ ਜਾਂਦੇ ਹੋ, ਤੁਸੀਂ ਉਹ ਸਾਈਟਾਂ ਤੇ, ਜਦੋਂ ਤੁਸੀਂ ਕੇਰਲਾ ਜਾਓ, ਕੇਰਲਾ ਜਾ ਕੇ ਰਹਿ ਕੇ ਆਓ, ਠੀਕ ਹੈ ਨਾ। ਤੁਸੀਂ ਆ ਜਿਹੜੇ ਆਪਣੇ ਆ ਕੰਟਰੀਜ਼ ਨੇ ਥੱਲੇ, ਮੌਰੀਸ਼ੀਅਸ ਵਗੈਰਾ ਕੰਟਰੀਜ਼ ਨੇ, ਇਹਨਾਂ 'ਚ ਬਹੁਤ ਇਹ ਪ੍ਰਚਲਿਤ ਹੋ ਚੁੱਕੀ ਆ, ਤੇ ਉੱਥੇ ਤੁਹਾਨੂੰ ਰਿਜ਼ੋਰਟਸ ਨੇ ਇਹਨਾਂ ਦੇ, ਉੱਥੇ ਰਹੋ ਤੁਸੀਂ 10 ਦਿਨ, ਉੱਥੇ ਮਸਾਜਾਂ ਕਰਾ ਕੇ ਆਓ। ਤੇ ਜ਼ਰੂਰੀ ਤੁਸੀਂ ਉਹ ਮਤਲਬ ਦੁਬਈ ਜਾਂ ਨਿਊਯਾਰਕ ਜਾ ਕੇ ਭੀੜ ਭੜਾਕੇ 'ਚ ਜਾਣਾ, ਮਤਲਬ ਤੁਸੀਂ ਛੁੱਟੀਆਂ ਕੱਟਣ ਜਾ ਰਹੇ ਹੋ, ਤਾਂ ਤੁਸੀਂ ਉਹ ਇਨਵੈਸਟਮੈਂਟ ਵੀ ਤੁਹਾਡੇ, ਦੇਖੋ ਦੋਨੋਂ ਕੰਮ ਹੋ ਗਏ, ਹੈ ਨਾ। ਤੁਹਾਡਾ ਟੂਰਿਜ਼ਮ ਦਾ ਟੂਰਿਜ਼ਮ, ਬਿਮਾਰੀ ਦੀ ਬਿਮਾਰੀ ਨਿਕਲ ਗਈ, ਤੇ ਤੁਹਾਡੇ ਮਲਟੀਪਲ ਤੁਹਾਡੇ ਮਤਲਬ ਇਹਦੇ ਨਾਲ ਤੁਹਾਡੀ ਲਾਈਫ ਸਹਿਜ ਹੋ ਗਈ। ਨਾਲੇ ਤਾਂ ਤੁਸੀਂ ਆਪਣੇ ਦੋਸਤ ਨੂੰ ਲੈ ਕੇ, ਕਿਸੇ ਨੂੰ ਆਪਣੇ ਪਰਿਵਾਰ ਦੇ ਮੈਂਬਰਸ ਨੂੰ ਲੈ ਕੇ, ਤੁਹਾਨੂੰ ਕਿੰਨਾ ਵਧੀਆ ਲੱਗੂਗਾ, ਉੱਥੇ ਬੈਠੋ ਤੁਸੀਂ ਇਸ ਟਾਈਪ ਨਾਲ। ਕਿਤੇ ਤੁਸੀਂ ਭੀੜ ਭੜਾਕੇ ਵਾਲੇ ਸ਼ਹਿਰ 'ਚ ਸਿਰਫ ਉਹੀ ਗਾਹ ਜਾ ਪਾਉਂਦੇ ਫਿਰਦੇ ਹੋ। ਤਾਂ ਆਪਾਂ ਨੂੰ, ਮੈਂ ਨੈਕਸਟ ਟਾਈਮ ਇੰਡੀਆ ਆਉਂਗੀ ਤਾਂ ਮੈਂ ਆਪਣੀ ਫਰੈਂਡਸ ਨਾਲ ਜਦ ਦੁਬਈ ਗਈ ਸੀ ਪਿਛਲੀ ਵਾਰ, ਤੇ ਹੁਣ ਮੈਂ ਪ੍ਰੋਗਰਾਮ ਬਣਾਉਂਦੀ ਹਾਂ ਥੋੜ੍ਹਾ ਇੱਧਰ ਕੁਛ ਇੱਦਾਂ ਦੀ ਜਗ੍ਹਾ ਲੱਭ ਕੇ ਨਾ, ਕੋਈ ਪੈਕੇਜ ਬਾਏ ਕਰਕੇ ਉੱਥੇ ਜਾ ਕੇ ਆਵਾਂਗੇ, ਤੇ ਫਿਰ ਆਪਣਾ ਐਕਸਪੀਰੀਅੰਸ ਉਹਦਾ ਵੀ ਸ਼ੇਅਰ ਕਰਾਂਗੇ। ਠੀਕ ਹੈ, ਚਲੋ ਜੀ, ਥੈਂਕ ਯੂ ਸੋ ਮਚ, ਗੁੱਡ ਨਾਈਟ, ਤੇ ਫਿਰ ਆਪਾਂ ਦੁਬਾਰਾ ਮਿਲਦੇ ਹਾਂ।